स्वागत है। आ नज़र मारते हैं अज दियां खास खबरां ते। ਜਿਹੜੇ ਕੰਮ ਪਹਿਲੀਆਂ ਵਾਲੀਆਂ ਸਰਕਾਰਾਂ ਕਰਦੀਆਂ ਸਨ ਉਹੀ ਕੰਮ ਆਪ ਦੀ ਸਰਕਾਰ ਨੇ ਸ਼ੁਰੂ ਕਰ ਦਿੱਤੇ। ਮਾਮਲਾ ਤਰਨਤਾਰਨ ਦੇ ਪੱਟੀ ਹਲਕੇ ਦੇ ਪਿੰਡ ਹਰੀਕੇ ਨੇੜੇ ਕੁੱਤੀਵਾਲ ਵਿੱਚ ਪੇਸ਼ ਆਇਆ ਹੈ, ਜਿੱਥੇ 3 ਨੌਜਵਾਨਾਂ ਨੇ ਆਪ ਆਗੂਆਂ ਦੇ ਨਜਾਇਜ਼ ਹਵਾਈ ਫਾਇਰ ਮਾਮਲੇ ਵਿੱਚ ਫਸਾਉਣ ਵਿੱਚ ਲੱਗੇ ਹੋਏ ਉਹਨਾਂ ਜਿਨ੍ਹਾਂ ਪੀੜਤ ਨੌਜਵਾਨਾਂ ਦੇ ਹੱਕ ਵਿੱਚ किसान जथेबंदियां मैदान विच उतरियां हन ते इंसाफ की मंग कर रही हैं। आगुओं ने कहा कि यूथ प्रधान बनाए गए जोबनप्रीत सिंह जिहड़ा कि आप आगू है उस सियासी शह ते परेशान कर रहा। उन्होंने कहा कि जिन्ना चिर नजायज परचा खारज नहीं किया जाता उन्ना चिर धरना जारी रहेगा। यूनियन एकता उगराहां ब्लाक पट्टी का प्रधान है जी, तो मेरे नाल साडे सीनियर आगू सरदार बलवंत सिंह जोने के भी हैं। असीं इस मुद्दे ते हैं भी आ जी FIR नंबर 134 थाणा पट्टी दे विच ते सबरा चौंकी दे विच दर्ज की गई, जो कि बिल्कुल बेबुनियाद ते झूठी कर दी गई है। कोई इत्थे मुद्दा है भी जे कोई वाकया होया ही नहीं, जे कोई झगड़ा जां कोई दुर्घटना होई ही नहीं ते उहदी झूठी कहानी बना के ते किसी इनोसेंट बंदे दे उत्ते परचा दर्ज कर देना, जो कि अपने आप दे विच बहुत वड्डी साडे महकमिਆਂ वास्ते शर्म दी गल आ। आ वेखो लिखिया गया भी किसी ने ललकारा मारिया, किसी ने फैर किया, किसी ने कुछ किया, आ मुंडियां दा विच ना पाता जी, ठीक है जी। जद कि उत्थे कोई इहो जिहा लड़ाई नहीं हुई, कोई झगड़ा ही नहीं होया ते ये जिहड़ी FIR कर दित्ती गई आ। जेकर जे कोई बंदा बेकसूर आ, वो जिहड़े बच्चे अजकल पढ़ाई कर रहे आ, पढ़े लिखे बंदे दे उत्ते बेकसूर घरे बैठे हुए बंदे दे उत्ते परचा दर्ज हो जाना जां कर देना भी ये कोई गुनाह नहीं गा, ਇਹ ਅਫਸਰਾਂ ਵੱਲੋਂ ਧੱਕਾ ਨਹੀਂ ਗਾ। ਮਾਮਲਾ ਜੀ ਵੇਖੋ, ਲੋਕਾਂ ਨੂੰ ਆਸ ਹੀ ਵੀ ਜਿਹੜੀ ਸਰਕਾਰ ਆਮ ਆਦਮੀ ਬਣਨ ਜਾ ਰਹੀ ਆ, ਖੁੱਲ੍ਹ ਕੇ ਲੋਕਾਂ ਨੇ ਵੋਟਾਂ ਪਾਈਆਂ, ਸਰਕਾਰ ਲਿਆਂਦੀ, ਬਦਲਾਅ ਚਾਹੁੰਦੇ ਸੀ ਲੋਕ, ਪਰ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਬਦਲਾਅ ਦੀ ਬਜਾਏ ਇਹਦੇ ਵਿੱਚ ਵੀ ਜਿਹੜਾ ਇਹਨਾਂ ਲੋਕਾਂ ਵਿੱਚ ਵੀ ਝੂਠ ਬੜਾ ਜ਼ਿਆਦਾ ਭਰਿਆ ਵਾ। ਆ ਬੱਚਿਆਂ ਦੇ ਉੱਪਰ 3 ਬੱਚਿਆਂ ਦੇ ਉੱਪਰ ਕੇਸ ਦਰਜ ਕਰਤਾ, ਔਰ ਮੈਂ ਕੇਸ ਦਰਜ ਹੋਣ ਤੋਂ ਪਹਿਲਾਂ ਖੁਦ ਚੌਂਕੀ ਦੇ ਵਿੱਚ ਗਿਆ ਸਭਰਾਵੀਂ, ਔਰ ਸਰਦਾਰ ਕੇਵਲ ਸੋਹਣਾ ਫੋਨ ਤੇ ਗੱਲ ਕੀਤੀ ਆ ਵੀ ਅਸੀਂ ਬੱਚਿਆਂ ਨੂੰ ਲੈ ਕੇ ਆਏ ਆ, ਆਪਾਂ ਇਹਨਾਂ ਨੂੰ ਬਿਠਾ ਕੇ ਗੱਲਬਾਤ ਪੁੱਛੀਏ ਕੀ ਹੋਇਆ ਕੀ ਨਹੀਂ। ਉਹਨਾਂ ਨੇ ਗਾੜੀਆਂ ਫੋਨ ਤੇ ਇਹ ਕਿਹਾ ਵੀ ਮੇਰੀ ਮਾਤਾ ਦੀ ਡੈਥ ਹੋਈ ਆ, ਮੈਂ ਉੱਥੇ ਗਿਆ ਵਾਂ। ਅਸੀਂ ਚਲੋ ਉੱਥੋਂ ਵਾਪਸ ਮੋੜ ਆਏ 2 ਘੰਟੇ ਬੈਠ ਕੇ। ਉਸ ਤੋਂ ਬਾਅਦ SHO ਸਾਹਿਬ ਨਾਲ ਵੀ ਸਾਡੀ ਗੱਲ ਹੋਈ ਆ, ਉਹਨਾਂ ਸਾਨੂੰ ਭਰੋਸਾ ਦਿੱਤਾ ਵੀ ਕੋਈ ਗੱਲ ਨਹੀਂ, ਇਹਨਾਂ 2 ਧਿਰਾਂ ਨੂੰ ਬਿਠਾ ਕੇ ਆਪਾਂ ਤੇ ਜੋ ਵੀ ਹੋਇਆ ਵਿੱਚੋਂ ਕੱਢ ਕੇ ਆਪਾਂ ਰਾਜੀਨਾਮਾ ਕਰਾਵਾਂਗੇ। ਪਰ ਸਾਨੂੰ ਉਹਨਾਂ ਨੇ ਉਲਝਾ ਕੇ ਉੱਥੋਂ ਵਾਪਸ ਮੋੜਤਾ, ਔਰ ਅਗਲੇ ਦਿਨ ਜਿਹੜੀ FIR ਦਰਜ ਕਰਤੀ ਆ। ਔਰ ਅਸੀਂ ਇਸ ਮੁੱਦੇ ਨੂੰ ਜਿਹੜਾ ਵਾ ਅਸੀਂ SSP ਸਾਹਿਬ ਕੋਲੇ ਵੀ ਖੜਾਂਗੇ, ਔਰ ਅਸੀਂ ਮੰਤਰੀ ਸਾਹਿਬ ਨੂੰ ਵੀ ਜੇ ਘੇਰਨਾ ਪਿਆ ਤੇ ਘੇਰਾਂਗੇ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਕਿਉਂਕਿ ਮੰਤਰੀ ਦੇ ਇਸ਼ਾਰੇ ਤੇ ਪਰਚਾ ਹੋਇਆ ਵਾ। ਅਸੀਂ ਇਹੋ ਹੀ ਮੀਡੀਆ ਤੋਂ ਜਿਹੜੀ ਮੰਗ ਕਰਦੇ ਹਾਂ, ਜਿਹੜਾ ਲੋਕਤੰਤਰ ਦਾ ਚੌਥਾ ਥੰਮ ਆ ਉਹ ਸਾਡੇ ਨਾਲ ਖਲੋਤਾ ਵਾ, ਔਰ ਸਾਡੀ ਜਥੇਬੰਦੀ ਇਹਦਾ ਡਟ ਕੇ ਵਿਰੋਧ ਕਰੂਗੀ। ਥਾਣਾ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਝੱਲ ਲੋਈਵਾਲਾ ਦੇ 220 kV ਸਬ ਸਟੇਸ਼ਨ ਪਾਵਰ ਗ੍ਰਿਡ ਵਿੱਚ JE ਵਜੋਂ ਤੈਨਾਤ ਮੁਲਾਜ਼ਮ ਵੱਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ASI ਜੋਗਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ JE ਤਰਸੇਮ ਲਾਲ ਪੁੱਤਰ ਕਿਸ਼ਨ ਚੰਦ ਕੁਲਾਰਾ ਕਲਾਂ ਤਹਿਸੀਲ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਸਨੀਕ ਸੀ। ਦਾ ਪ੍ਰਧਾਨ ਹੋਣ ਦੇ ਨਾਤੇ ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਰਾਤ ਸਾਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਾ ਸੀ। ਕੱਲ ਰਾਤ ਸਾਨੂੰ ਮਤਲਬ ਮੈਨੂੰ ਜਲੰਧਰੋਂ ਸਾਡੀ ਯੂਨੀਅਨ ਦੇ ਨੇਤਾ ਵੱਲੋਂ ਇੱਕ ਪਤਾ ਲੱਗਾ ਵੀ ਇੱਦਾਂ ਦਾ ਕਪੂਰਥਲੇ ਆ ਗੱਲਬਾਤ ਹੋਈ ਹੈ। ਤੇ ਇਹ ਜਿਹੜੇ SHO ਸਾਹਿਬ ਸੀਗੇ ਆਪਣੇ ਤਰਸੇਮ ਲਾਲ ਜੀ ਸਾਡੇ ਸਾਥੀ ਸੀ, ਤੇ ਸਾਨੂੰ ਪਤਾ ਲੱਗਾ ਵੀ ਮਤਲਬ ਇਸ ਹਿਸਾਬ ਨਾਲ ਇਹਨਾਂ ਦੀ ਮੌਤ ਹੋਈ ਹੈ। ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੇ ਮਤਲਬ ਕੋਈ ਵੀ ਮਤਲਬ ਕੋਈ ਆਫਿਸਰ ਆ, ਕੋਈ ਵੀ ਹੈਗਾ, ਅਸੀਂ ਇਨਸਾਫ ਹੈ, ਅਸੀਂ ਇਨਸਾਫ ਦੇ ਮਗਰ ਜਾਣਾ। ਇਨਸਾਫ ਦੇ ਮਗਰ ਅਸੀਂ ਸਾਰਾ ਪੰਜਾਬ ਦੀ ਮਤਲਬ ਜਿੰਨੀ ਵੀ ਮੇਰੀ ਗ੍ਰੇਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਹੋਊਗੀ ਥਰੂ ਆਫ ਪੰਜਾਬ, ਜੇ ਅਸੀਂ ਪਰਿਵਾਰ ਨੂੰ ਅਸੀਂ ਇਨਸਾਫ ਦਿਵਾਉਣਾ ਚਾਹੁੰਦੇ ਹਾਂ। ਜਿਹਦੀ ਗਲਤੀ ਹੋਈ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਪੂਰੀ। ਅੱਜ ਅਗਰਵਾਲ ਸਭਾ ਗਿੱਦੜਬਾਹਾ ਵੱਲੋਂ ਇੱਕ ਸਾਦੇ ਸਮਾਰੋਹ ਦੌਰਾਨ ਪੂਰੀ ਤਰ੍ਹਾਂ ਨਾਲ ਬੋਲਣ ਤੇ ਸੁਣਨ ਤੋਂ ਅਸਮਰਥ ਦਿਵਿਆਂਗ ਵਿਦਿਆਰਥੀ ਹਾਰਦਿਕ ਗਾਰਗੀ ਨੂੰ 10ਵੀਂ ਜਮਾਤ ਵਿੱਚ 97% ਅੰਕ ਪ੍ਰਾਪਤ ਕਰਨ ਤੇ ਸਨਮਾਨਿਤ ਕੀਤਾ ਗਿਆ। ਇਸ ਬਾਰੇ ਬੋਲਦਿਆਂ ਅਗਰਵਾਲ ਸਭਾ ਦੇ ਪ੍ਰਧਾਨ ਦਿਨੇਸ਼ ਕੁਮਾਰ ਬੋਬੀ ਸਿੰਗਲਾ ਨੇ ਹਾਰਦਿਕ ਗਾਰਗੀ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਦਿਨੇਸ਼ ਕੁਮਾਰ ਗਾਰਗੀ, ਐਡਵੋਕੇਟ, ਐਕਸ ਸੈਕਟਰੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਠਿੰਡਾ। ਮੇਰਾ ਬੇਟਾ ਹਾਰਦਿਕ ਗਾਰਗੀ ਜੋ ਕਿ ਬਚਪਨ ਤੋਂ ਹੀ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੈ, ਦਿਵਿਆਂਗ ਹੈ, परंतु उसने अपनी लगन और मेहनत नाल साडे आशीर्वाद नाल इन्हें अपनी पढ़ाई जो है नॉर्मल स्कूल विच करते हुए
10ਵੀਂ ਕਲਾਸ ਪਾਸ ਕਰਦੇ ਹੋਏ 97% ਮਾਰਕਸ ਬੋਰਡ ਵਿੱਚੋਂ ਪ੍ਰਾਪਤ ਕੀਤੇ ਹਨ। ਇਹ ਬੱਚਾ ਇੰਨਾ ਦਿਵਿਆਂਗ ਹੋਣ ਦੇ ਬਾਵਜੂਦ ਵੀ ਇਸਨੇ ਆਪਣੀ ਮਿਹਨਤ ਤੇ ਲਗਨ ਨੂੰ ਨਹੀਂ ਛੱਡਿਆ ਤੇ ਅੱਜ ਮੈਂ ਗਿੱਦੜਬਾਹਾ ਅਗਰਵਾਲ ਸਭਾ ਦਾ ਬਹੁਤ ਹੀ ਆਭਾਰੀ ਹਾਂ, ਜਿਨ੍ਹਾਂ ਨੇ ਕਿ ਮੇਰੇ ਬੱਚੇ ਨੂੰ ਉਤਸ਼ਾਹਿਤ ਕਰਨ ਲਈ ਅੱਜ ਇੱਥੇ ਮਾਨ ਸਨਮਾਨ ਉਹਨੂੰ ਬਖਸ਼ਿਆ। ਇਹ ਦਿਨੀ ਬਠਿੰਡਾ ਤੋਂ ਸਾਡੇ ਅਗਰਵਾਲ ਸਮਾਜ ਦੇ ਬੇਟੇ ਹਾਰਦਿਕ ਗਾਰਗੀ ਜੀ ਤੇ ਸਾਨੂੰ ਪਤਾ ਲੱਗਿਆ ਕਿ ਉਹਨਾਂ ਦੇ ਸੁਣਨ ਤੇ ਬੋਲਣ ਦੇ ਵਿੱਚ ਅਸਮਰਥ ਹੈ, ਜਿਹਨੂੰ ਆਪਾਂ ਡਫ ਐਂਡ ਡਮ ਕਹਿ ਸਕਦੇ ਹਾਂ। ਉਹਨਾਂ ਨੇ ਇੱਕ ਸਿੰਪਲ ਸਕੂਲ ਦੇ ਵਿੱਚ ਪੜ੍ਹਦੇ ਹੋਏ ਵੀ 97% ਬੋਰਡ ਦੇ ਵਿੱਚੋਂ 10ਵੀਂ ਦੇ ਵਿੱਚ ਉਹਨਾਂ ਨੇ ਅੰਕ ਪ੍ਰਾਪਤ ਕੀਤੇ ਹੈ। ਅਸੀਂ ਉਹਨਾਂ ਨੂੰ ਸਾਨੂੰ ਪਤਾ ਲੱਗਿਆ ਜਦੋਂ, ਤੇ ਅਸੀਂ ਉਹਨਾਂ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨ ਵਾਸਤੇ ਅੱਜ ਗਿੱਦੜਬਾਹਾ ਬੁਲਾਇਆ। ਇੱਕ ਸਾਦੇ ਸਮਾਰੋਹ ਦੇ ਵਿੱਚ ਉਹਨਾਂ ਨੂੰ ਅਸੀਂ ਐਪਰੀਸ਼ੀਏਟ ਕੀਤਾ। ਅੱਜ ਕੱਲ ਇਹ ਬੱਚਾ ਪ੍ਰਮਾਤਮਾ ਦੀ ਦੋ ਮਾਰ ਹੋਣ ਦੇ ਬਾਵਜੂਦ ਵੀ ਇੱਕ ਜਰਨਲ ਸਕੂਲ ਦੇ ਵਿੱਚ ਪੜ੍ਹਦਾ ਹੋਇਆ ਇੰਨੇ ਵਧੀਆ ਇਹਨੇ ਨੰਬਰ ਲਏ ਹੈ। ਅੱਜ ਅਸੀਂ ਅਗਰਵਾਲ ਸਭਾ ਗਿੱਦੜਬਾਹਾ ਵੱਲੋਂ ਇੱਕ ਸਾਦਾ ਸਮਾਗਮ ਰੱਖਦੇ ਹੋਏ ਇਸ ਬੱਚੇ ਨੂੰ ਸਨਮਾਨਿਤ ਕੀਤਾ ਹੈ ਅਤੇ ਹੋਰ ਵੀ ਬੱਚੇ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ। ਹੁਸ਼ਿਆਰਪੁਰ ਦੇ ਦਸੂਹਾ ਵਿੱਚ ਅੱਜ ਸਵੇਰੇ ਸਕੂਲ ਜਾਂਦੇ ਸਮੇਂ ਮੋਟਰਸਾਈਕਲ ਸੜਕੀ ਹਾਦਸੇ ਵਿੱਚ 4 ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਚੋਂ 2 ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਤੇ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲੰਧਰ ਦੇ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਿਕ ਹਾਦਸਾ ਦਰਦਨਾਕ ਸੀ ਕਿ ਮੋਟਰਸਾਈਕਲ ਚਕਨਾਚੂਰ ਹੋ ਗਿਆ। ਪੀੜਿਤ ਪਰਿਵਾਰ ਨੇ ਕਿਹਾ ਕਿ ਟਰੱਕ ਚਾਲਕ शराबी हालत में थी। हॉस्पिटल आ गया था, एम्बुलेंस में लेकर आए थे उसे। ट्रक वाले की गलती है, वो रॉन्ग साइड आ रहा था, बिल्कुल रॉन्ग साइड आ रहा था, उसने आके मार दिया। इसके लिए उस पर कानूनी कार्रवाई की जाए। मेरे बच्चे तो जा रहा था बिल्कुल साइड में, क्योंकि रॉन्ग साइड में जाके ट्रक वाले मारा है, क्योंकि जगह सड़कें इतनी चौड़ी है तो उस साइड में जा सकता था। शराब भी पी रखा है उसने, ड्राइवर ने बहुत शराब पी रखा है। बच्चे क्या मांग करते हो आप? मुझे तो इंसाफ चाहिए, मेरे बच्चे के इंसाफ चाहिए, कार्रवाई उस पर ज़्यादा से ज़्यादा होना चाहिए। ਅੱਜ ਸ਼੍ਰੀ ਮੁਕਤਸਰ ਸਾਹਿਬ ਦੀ ਮਲੋਟ ਤਹਿਸੀਲ ਦੇ ਨਗਰ ਕੌਂਸਲ ਦੇ ਹੈਲਥ ਸੈਕਟਰੀ ਸੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ ਨੇ ਇੱਕ ਜੋੜੇ ਨੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਤੇ ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਬਬਾਲ ਮਚਾ ਕੇ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਉਕਤ ਸੈਨੇਟਰੀ ਇੰਸਪੈਕਟਰ ਗੁਰਵਿੰਦਰ ਸਿੰਘ ਇਹ ਜੋੜੇ ਦੇ ਘਰ ਡੇਂਗੂ ਦਾ ਲਾਰਵਾ ਚੈੱਕ ਕਰਨ ਲਈ ਗਿਆ ਸੀ। ਬਹਰਹਾਲ ਬਿਆਨਾਂ ਦੇ ਆਧਾਰ ਤੇ ਇਹ ਜੋੜੇ ਤੇ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਇਤਿਹਾਸਿਕ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਬੋਲੇ ਸਾਹਿਬ ਵਿਖੇ ਬਣੀ ਇਤਿਹਾਸਿਕ ਬੋਲੀ ਦੀ ਸਫਾਈ ਦੀ ਸਾਲਾਨਾ ਸੇਵਾ ਕਰਵਾਈ ਗਈ। ਇਹ ਸੇਵਾ ਹਰ ਸਾਲ ਸ਼੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਮਨਾਏ ਜਾਣ ਵਾਲੇ ਮੇਲਾ ਜਗ ਦੀਆਂ ਤਿਆਰੀਆਂ ਮੌਕੇ ਕਰਵਾਈ ਜਾਂਦੀ ਹੈ। ਅੱਜ ਬੋਲੀ ਸਾਹਿਬ ਜੀ ਦੀ ਸਾਫ਼ ਸਫਾਈ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਮੱਦੇਨਜ਼ਰ ਭਾਈ ਯੁਵਰਾਜ ਸਿੰਘ ਦੀ ਅਗਵਾਈ ਵਿੱਚ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਅਰਦਾਸ ਕਰਨ ਉਪਰੰਤ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਦੇਸ਼ ਵਿਦੇਸ਼ ਵਿੱਚ ਵਸਦੇ ਸੰਗਤਾਂ ਨੂੰ ਜਿਸ ਤਰ੍ਹਾਂ ਮੈਂ ਫਤਿਹ ਅਰਜ਼ ਕੀਤੀ ਹੈ। ਬਹੁਤ ਹੀ ਪਵਿੱਤਰ ਸਥਾਨ ਗੁਰੂ ਅਮਰਦਾਸ ਜੀ ਦੀ ਚਰਨ ਛੋਹ ਪਵਿੱਤਰ ਧਰਤੀ ਸ੍ਰੀ ਗੋਇੰਦਵਾਲ ਸਾਹਿਬ ਬੋਲੀ ਸਾਹਿਬ ਵਿਖੇ ਅੱਜ ਸਮੁੱਚੇ ਦੇਸ਼ ਦੀਆਂ ਸੰਗਤਾਂ ਵੱਲੋਂ ਮੈਂ ਸਮਝਦਾ ਵੀ ਉਸ ਜਦੋਂ ਬੋਲੀ ਸਾਹਿਬ ਦੀ ਕਾਰ ਸੇਵਾ ਸ਼ੁਰੂ ਕੀਤੀ ਸੀ ਉਹਦੇ ਵਿੱਚ ਇਕੱਲੇ ਗੋਇੰਦਵਾਲ ਸਾਹਿਬ ਦੀਆਂ ਸੰਗਤਾਂ ਨਹੀਂ, ਇਕੱਲੇ ਜ਼ਿਲ੍ਹੇ ਦੀਆਂ ਨਹੀਂ, ਮਾਝੇ ਮਾਲਵੇ ਦੁਆਬੇ ਔਰ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਨੇ ਇੱਥੇ ਆ ਕੇ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਹੈ। ਇਹਦੇ ਲਈ ਉਹ ਇਨਸਾਨ, ਉਹ ਸੰਗਤ ਧੰਨਤਾ ਦੇ ਯੋਗ ਹੈ ਜਿਨ੍ਹਾਂ ਨੇ ਇਸ ਯੋਗਦਾਨ ਪਾਇਆ ਇਸ ਸੇਵਾ ਦੇ ਵਿੱਚ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਗੁਰਦੁਆਰਾ ਬੋਲੀ ਸਾਹਿਬ ਵੱਲੋਂ ਹਰ ਸਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਸੇਵਾ ਕਰਵਾਈ ਜਾਂਦੀ ਹੈ। ਸਮੁੱਚੇ ਸੰਗਤਾਂ ਵੱਲੋਂ ਜਿਸ ਦਿਨ ਦਾ ਪਤਾ ਲੱਗਾ ਸੀ ਕਿ ਇਹ ਸੇਵਾ ਹੋਣੀ ਹੈ, ਉਸ ਦਿਨ ਦੀਆਂ ਸਮੁੱਚੀਆਂ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀਗਾ। ਅੱਜ ਵੀ ਸਵੇਰ ਤੋਂ ਲੈ ਕੇ ਇਹ ਜਿਹੜੀ ਕਾਰ ਸੇਵਾ ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਸੀਗੀ ਤੇ 7 ਵਜੇ ਸੰਗਤਾਂ ਦਾ ਜਿਹੜੀਆਂ ਲਾਈਨਾਂ ਦੇ ਵਿੱਚ ਲੱਗ ਗਈਆਂ ਸੀਗੀਆਂ, ਕਿਉਂਕਿ ਬਹੁਤ ਭਾਰੀ ਉਤਸ਼ਾਹ ਸੀ ਤੇ ਸੰਗਤਾਂ ਦੀ ਕੋਸ਼ਿਸ਼ ਇਹ ਸੀ ਕਿ ਅਸੀਂ, ਕਿਉਂਕਿ ਬੜੀ ਵੱਡੀ ਗਿਣਤੀ ਦੇ ਵਿੱਚ ਬੜੀ ਵੱਡੀ ਸੰਗਤ ਪਹੁੰਚੀ ਸੀ, ਕਿ ਅਸੀਂ ਇਸ ਸੇਵਾ ਦੇ ਵਿੱਚ ਹਿੱਸਾ ਪਾਈਏ ਤੇ ਬਾਲਟੀਆਂ ਦੇ ਨਾਲ ਸੇਵਾ ਕੀਤੀ। ਆਪਣੇ ਤਰੀਕੇ ਦੇ ਨਾਲ ਸਾਰਿਆਂ ਨੇ ਇਹਦੇ ਵਿੱਚ ਯੋਗਦਾਨ ਪਾਇਆ। ਪਿਛਲੇ ਦਿਨੀ ਫਿਰੋਜ਼ਪੁਰ ਦੇ ਕੈਂਟ ਖੇਤਰ ਵਿੱਚ 14 ਸਾਲਾ ਲੜਕੀ ਦੀ ਮੁਹੱਲੇ ਵਿੱਚ ਇੱਕ ਲੜਾਈ ਦੌਰਾਨ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਪਰ ਕੁੜੀ ਦੇ ਪਰਿਵਾਰ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਅੱਜ ਇਨਸਾਫ ਲਈ ਪੀੜਿਤ
ਪਰਿਵਾਰ ਨੇ ਕੈਂਡਲ ਮਾਰਚ ਕੱਢਿਆ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਪਰ ਹਾਲੇ ਤੱਕ ਪੁਲਿਸ ਹੱਥ ਕੋਈ ਸੁਰਾਗ ਨਹੀਂ ਲੱਗਾ। ਪੀੜਿਤ ਪਰਿਵਾਰ ਨੇ ਕਿਹਾ ਕਿ ਉਹਨਾਂ ਨੇ ਆਪ ਦੇ ਉਮੀਦਵਾਰ ਨੂੰ ਇਸ ਲਈ ਵੋਟਾਂ ਪਾਈਆਂ ਸਨ ਕਿ ਉਹ ਲੋਕਾਂ ਨੂੰ ਇਨਸਾਫ ਦੇਣਗੇ, ਪਰ ਉਹ ਵੀ ਪਹਿਲੀਆਂ ਸਰਕਾਰਾਂ ਵਾਂਗ ਦੀ ਸਾਡੀ ਬੇਟੀ ਦੀ ਡੈਥ ਹੋਈ ਪਈ ਹੈ ਜੀ, ਕੋਈ ਪੁਲਿਸ ਪ੍ਰਸ਼ਾਸਨ ਸੁਣਾਈ ਨਹੀਂ ਕਰ ਰਹੀ ਹੈ, ਇਸੇ ਕਰਕੇ ਕੈਂਡਲ ਮਾਰਚ ਕੱਢਿਆ ਗਿਆ ਹੈ। ਕਿਵੇਂ ਡੈਥ ਹੋਈ ਸੀ ਕੁੜੀ ਦੀ? ਡੈਥ ਹੋਈ ਸੀ ਜੀ ਗੋਲੀ ਲੱਗ ਕੇ। ਸਾਡੀ ਕੋਈ ਦੁਸ਼ਮਣ ਨਹੀਂ ਸੀ ਸਰ, ਗੁਆਂਢੀ ਦਾ ਜਵਾਈ ਸੀ, ਉਹਨਾਂ ਦੀ ਦੁਸ਼ਮਣੀ ਚੱਲ ਰਹੀ ਸੀ, ਉਹਨਾਂ ਦੀ ਲੜਾਈ ਸੀਗੀ। ਬਾਕੀ ਮੇਰੀ ਵਾਈਫ ਨੂੰ ਪਤਾ ਹੈ, ਮੈਂ ਤਾਂ ਘਰੇ ਸੀਗਾ ਨਹੀਂ, ਮੈਂ ਤਾਂ ਕੰਮ ਤੇ ਸੀ ਜੀ। ਬਾਕੀ ਇਹਨਾਂ ਤੋਂ ਪੁੱਛ ਲਓ। ਕੀ ਨਾਮ ਸੀ ਕੁੜੀ ਦਾ? ਕੁੜੀ ਦਾ ਨਾਮ ਵੈਸ਼ਨੂ ਸੀਗੀ, ਉਵੇਂ ਘਰੇ ਖੁਸ਼ੀ ਕਹਿੰਦੇ ਸੀਗੇ ਜੀ। ਜਿਹੜੇ ਅੱਜ कैंडल मार्च ਕੱਢਿਆ, ਇਹ ਕਿਉਂ ਕੱਢਿਆ ਤੁਸੀਂ, किस कारण ਕੱਢਿਆ? कुड़ी को अपनी बेटी को इंसाफ दिलाने के लिए कैंडल मार्च करा क्योंकि 12 तरीक की उसकी हत्या हुई है गोली नाल। तो अज कितनी तरीक हो गई है, 20 तरीक हो गई, उन्होंने तो सुनवाई नहीं की गई पुलिस ने। किमें गोली लगी सी, की कारण? उन्होंने 7 वालों की लड़ाई थी, उसके दी जवाई आए थे, 7 वालों की लड़ाई थी, तो उन्होंने किसी को पता ही नहीं चला कि 2 गोलियां ऊपर फायरेंगे। मैंने सोचा पटाखे जले हैं, और तीसरी गोली मेरी लड़की को लगी। हमें तब भी नहीं पता था कि उसको गोली लगी, हमने सोचा कि इसकी नक्सली फूट गई है। उसके साथ उनके जवाई का भाई था, वो बैठ गया नीचे और गोली मेरी लड़की को लगी आके। की पुलिस प्रशासन ने तुसी कंप्लेंट की थी? हाँ जी की थी हमने। की कहते हैं वो सुनवाई नहीं कर रहे। अगले दिन उनके मामों को लेके आए थे, उनको भी छोड़ दिया। ਬਾਬੇ ਨਾਨਕ ਦੇ ਵਿਆਹ ਪੁਰਬ ਤੇ ਬਹੁਤ ਰੌਣਕਾਂ ਬਟਾਲਾ ਸ਼ਹਿਰ ਵਿੱਚ ਲੱਗਦੀਆਂ ਹਨ। ਦੂਰੋਂ ਦੂਰੋਂ ਸੰਗਤਾਂ ਵਿੱਚ ਵਿਵਾਹ ਪੁਰਬ ਤੇ ਪਹੁੰਚਦੀਆਂ ਹਨ ਅਤੇ ਕਈ ਵਿੱਚ ਅਜਿਹੇ ਸ਼ਰਾਰਤੀ ਲੋਕ ਵੀ ਹੁੰਦੇ ਹਨ ਜਿਨ੍ਹਾਂ ਨੂੰ ਨੱਥ ਪਾਉਣ ਲਈ ਅੱਜ ਬਟਾਲਾ ਐਸਡੀਐਮ ਨੂੰ ਸਤਿਕਾਰ ਕਮੇਟੀ ਪੰਜਾਬ ਅਤੇ ਤਰਨਾ ਦਲ ਬਾਬਾ ਬਕਾਲਾ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਇਸ ਦਿਨ ਸ਼ਰਾਬ ਦੇ ਠੇਕੇ ਨਾ ਖੁੱਲਣ ਤੇ ਟਰੈਕਟਰਾਂ ਤੇ ਉੱਚੀ ਆਵਾਜ਼ ਵਿੱਚ ਗੀਤ ਵੀ ਨਾ ਵੱਜਣ। ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਉਹ ਨਿਗਾਹ ਰੱਖਣਗੇ ਤਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਸਤਿਕਾਰ ਕਮੇਟੀ ਪੰਜਾਬ ਤੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਤੋਂ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ, ਇਹ ਅੱਜ ਐਸਡੀਐਮ ਬਟਾਲੇ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਇਹ ਮੰਗ ਪੱਤਰ ਦੇ ਵਿੱਚ ਜੋ ਲਿਖਿਆ ਗਿਆ ਹੈ ਕਿ ਇਹ ਸ਼ਹਿਰ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਮਨਾਇਆ ਜਾਂਦਾ ਹੈ ਬੜੀ ਧੂਮਧਾਮ ਤੇ ਸ਼ਰਧਾ ਦੇ ਨਾਲ, ਕਈ ਨੌਜਵਾਨ ਬੱਚੇ ਆਪਣੇ ਟਰੈਕਟਰਾਂ ਦੇ ਉੱਪਰ ਗੰਦੇ ਗਾਣੇ ਲਾ ਕੇ ਭੰਗੜੇ ਪਾਉਂਦੇ ਨੇ, ਮੋਟਰਸਾਈਕਲਾਂ ਦੇ ਸਲੈਂਸਰ ਲਾ ਕੇ ਸ਼ੋਰ ਮਚਾਉਂਦੇ ਨੇ ਤੇ ਨਾਲ ਮੀਟ ਦੀਆਂ ਆਂਡੇ ਵਾਲੀਆਂ ਬੀੜੀ ਸਿਗਰਟ ਤੰਬਾਕੂ ਅਤੇ ਸ਼ਰਾਬ ਦੇ ਠੇਕੇ ਜਿਹੜੇ ਇਸ ਜੋੜ ਮੇਲੇ ਦੇ ਸਬੰਧ ਵਿੱਚ ਪੂਰਨ ਤੌਰ ਤੇ ਬੰਦ ਹੋਣੇ ਚਾਹੀਦੇ ਹਨ। ਉਹ ਮੰਗ ਪੱਤਰ ਦਿੱਤਾ ਗਿਆ ਹੈ। ਨਾਲ ਸ੍ਰੀ ਅਖੰਡ ਪਾਠ ਸਾਹਿਬ ਕਈ ਲੋਕ ਦੁਕਾਨਾਂ 'ਚ ਖੋਖਿਆਂ 'ਚ ਆਰੰਭ ਕਰ ਲੈਂਦੇ ਹਨ ਤੇ ਜਿੰਨਾ ਸੜਕ ਦਾ ਕੱਟਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੈਂਦਾ ਹੈ। ਅਸੀਂ ਇਹ ਸ਼ਹਿਰ ਦੇ ਇਸ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ, ਨਾ ਅਸੀਂ ਸ਼ੋਰ ਮਚਾਉਣ ਦੇਣਾ ਹੈ, ਨਾ ਭੰਗੜੇ ਪਾਉਣ ਦੇਣੇ ਹਨ, ਕਿਉਂਕਿ ਪ੍ਰਸ਼ਾਸਨ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਜਿਸ ਤਾਂ ਕਰਕੇ ਅਸੀਂ ਅੱਜ ਐਸਟੀਐਮ ਬਟਾਲੇ ਨੂੰ ਮੰਗ ਪੱਤਰ ਦੇ ਦਿੱਤਾ ਹੈ। ਸਤਿਕਾਰ ਕਮੇਟੀ ਵੱਲੋਂ ਸਾਨੂੰ ਮੰਗ ਪੱਤਰ ਅੱਜ ਦਿੱਤਾ ਗਿਆ ਹੈ। ਇਹ ਬੇਸਿਕਲੀ ਮੰਗ ਪੱਤਰ ਹੈ ਕਿ ਧਾਰਮਿਕ ਜਿਹੜਾ ਆਪਾਂ ਬਾਬਾ ਜੀ ਦਾ ਵਿਆਹ ਮਨਾਉਣਾ ਹੈਗਾ, ਉਹਦੇ 'ਚ ਧਾਰਮਿਕ ਭਾਵਨਾਵਾਂ ਨੂੰ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇ। ਜਿਹੜੇ ਸ਼ਰਾਬ ਦੇ ਠੇਕੇ ਹੈਗੇ ਆ ਉਹਨਾਂ ਨੂੰ ਬੰਦ ਕਰਾਇਆ ਜਾਵੇ। ਇਸ ਤੋਂ ਇਲਾਵਾ ਜਿਹੜੇ ਕੋਈ ਸ਼ਰਾਰਤੀ ਅਨਸਰ ਹੈਗੇ ਆ ਉਹਨਾਂ 'ਤੇ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇ। ਦੇਖਿਆ ਗਿਆ ਹੈ ਕਿ ਜੋ ਆਬਜ਼ਰਵੇਸ਼ਨਸ ਹੈਗੀਆਂ ਨੇ ਕਿ ਕੁਝ ਡੀਜੇਜ਼ ਇੱਦਾਂ ਵੱਜ ਰਹੇ ਹੁੰਦੇ ਨੇ ਜੋ ਕਿ ਗਾਣੇ ਉੱਤੇ ਐਪਰੋਪਰੀਏਟ ਸਮਾਜਿਕ ਹਿੱਤਾਂ 'ਚ ਗਾਣੇ ਨਹੀਂ ਵੱਜ ਰਹੇ ਹੁੰਦੇ, ਤਾਂ ਉਹਨਾਂ ਚੀਜ਼ਾਂ 'ਤੇ ਵੀ ਖਾਸ ਤੌਰ 'ਤੇ ਧਿਆਨ ਰੱਖਿਆ ਜਾਵੇ। ਬਾਕੀ ਟ੍ਰੈਫਿਕ ਰੈਗੂਲੇਸ਼ਨਸ ਇਹ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਇੱਕ ਮੰਗ ਪੱਤਰ ਦਿੱਤਾ ਹੈ, ਆਪਾਂ ਅਕੋਰਡਿੰਗਲੀ ਉਸ 'ਤੇ ਜ਼ਰੂਰ ਕਾਰਵਾਈ ਕਰਾਂਗੇ। ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਲਾ ਸਾਹਿਬ ਵਿਖੇ ਗੰਦੇ ਪਾਣੀ ਕਾਰਨ ਸਥਾਨਕ ਲੋਕਾਂ ਦਾ ਜਿਉਣਾ ਔਖਾ ਹੋਇਆ ਪਿਆ ਹੈ। ਗਰਮੀ ਕਾਰਨ ਗੰਦੇ ਪਾਣੀ ਵਿੱਚ ਮੱਛਰ ਪੈਦਾ ਹੋ ਰਹੇ ਹਨ, ਜਿਸ ਕਾਰਨ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਹੈ ਤੇ ਲੋਕ ਘਰੋਂ ਨਿਕਲਣਾ ਦੁਸ਼ਵਾਰ ਹੋਇਆ ਪਿਆ ਹੈ। ਜਦਕਿ ਆਮ ਆਦਮੀ ਪਾਰਟੀ ਵੱਲੋਂ ਗੰਦੇ ਪਾਣੀ ਦੇ ਨਿਕਾਸ ਲਈ ਛੱਪੜ ਦੀ ਸਫਾਈ ਕੀਤੀ ਜਾ ਰਹੀ ਹੈ, ਪਰ ਸਥਾਨਕ ਲੋਕਾਂ ਵੱਲੋਂ ਇਸ ਨੂੰ ਡੰਗ ਟਪਾਉਣਾ ਵੀ ਕਿਹਾ ਜਾ ਰਿਹਾ ਹੈ। ਇਹ ਭਾਜੀ ਕਹਿਣਾ ਚਾਹਾਂਗੇ ਕਿ ਪਾਣੀ ਕੱਢਿਆ ਜਾ ਜਾਵੇ ਤੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਉਹ ਪੂਰੇ ਕਰਨ। ਆਮ ਆਦਮੀ ਪਾਰਟੀ ਹੁਣ ਜਿਹੜਾ ਛੱਪੜ ਕਰਨ ਦੇ ਕਹਿੰਦੇ ਸਾਰਾ ਪਾਣੀ ਉਹ 'ਚ ਪਾਇਆ ਜਾਊਗਾ, ਕਹਿਣ ਤਾਂ ਦਏ, ਹੁਣ ਕੀ ਪਤਾ ਕਰਨ ਦਾ ਇਹ ਡੂੰਗਾ। ਕਿਹਦੀਆਂ ਗਲਤੀਆਂ ਸਾਰੀਆਂ? ਇਹ ਗਲਤੀ ਫਿਰ ਸਰਕਾਰ ਦੀ ਗਿਣੀ ਜਾਂਦੀ। ਸਰਕਾਰ ਨੇ ਸਾਰਾ ਕੁਝ ਕਿਹਾ ਸੀ ਵੀ ਅਸੀਂ ਗਲੀਆਂ ਦੀ ਵੀ ਸਫਾਈ ਕਰਾਵਾਂਗੇ, ਜਿੱਥੇ ਪਾਣੀ ਖਲੋਤਾ ਵਾ ਉਹਨਾਂ ਨੂੰ ਬੰਦ ਕਰਾਂਗੇ ਅਸੀਂ।
ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਸਾਡਾ ਕੋਈ ਕਸੂਰ ਨਹੀਂ ਹੈ, ਪੁਰਾਣੀਆਂ ਸਰਕਾਰਾਂ ਜਿਹੜੀਆਂ ਉਹਨਾਂ ਸਾਰਾ ਇਹ ਗੰਦ ਪੁਰਾਣੀਆਂ ਸਰਕਾਰਾਂ ਦੇ ਵਿੱਚ ਨਹੀਂ ਇੰਨਾ ਗੰਦ ਹੈਗਾ ਜਿੰਨਾ ਹੁਣ ਆ। ਹੁਣ ਆਮ ਆਦਮੀ ਪਾਰਟੀ ਜਾ ਕੇ ਹਾਂ ਹੁਣ ਜ਼ਿਆਦਾ ਆ ਗਿਆ। ਹਾਂਜੀ ਹਾਲ ਹੋ ਰਿਹਾ ਏ ਤੇ ਗਲੀਆਂ ਵਧੀਆ ਕਰਨੀਆਂ ਚਾਹੀਦੀਆਂ ਸਰਕਾਰ ਨੂੰ। ਆਮ ਪਾਰਟੀ ਆਈ ਆ, ਸੋਚਿਆ ਸੀ ਵੀ ਆਮ ਪਾਰਟੀ ਆਊਗੀ ਤੇ ਵਧੀਆ ਹੋਊਗਾ, ਤੇ ਪਰ ਆਮ ਪਾਰਟੀ ਵੀ ਉਹੀ ਕਰ ਰਹੀ ਹੈ ਜੋ ਹੋ ਰਿਹਾ ਪਹਿਲਾਂ ਹੀ। ਜੀ ਕਰ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਸਾਰੇ ਹੀ ਕਹਿ ਰਹੇ ਆ ਵੀ ਵਧੀਆ ਕੰਮ ਹੋ ਰਿਹਾ ਵਾ। ਸਦੀਆਂ ਤੋਂ ਪਹਿਲਾਂ ਕਦੀ ਕੰਮ ਇਹ ਛੱਪੜ ਦੀ ਸਫਾਈ ਹੋਈ ਨਹੀਂ। ਤੁਹਾਡੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਤੇ ਇਹ ਕੰਮ ਹੋਣ ਲੱਗੇ ਆ। ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਦਾ, ਜਿਨ੍ਹਾਂ ਨੇ ਸਾਡੀ ਜਿਹੜੀ ਬੇਨਤੀ ਪ੍ਰਵਾਨ ਕੀਤੀ ਆ ਤੇ ਉਹਨਾਂ ਜਿਹੜਾ ਵਾ ਇੱਥੇ ਕੰਮ ਸ਼ੁਰੂ ਕਰਵਾਇਆ। ਇਹ ਕੋਈ ਛੱਪੜ ਦਾ ਤੇ ਜਿਹਨੂੰ ਮਰਜ਼ੀ ਜਾ ਕੇ ਪੁੱਛ ਲਓ, ਸਾਰੇ ਹੀ ਕਹਿ ਰਹੇ ਆ ਵੀ ਅਸੀਂ ਆਪਣੀ ਅੱਖੀਂ ਅਜੇ ਤੱਕ ਨਹੀਂ ਦੇਖਿਆ ਵੀ ਇਹ ਛੱਪੜ ਦੀ ਕਿਤੇ ਸਫਾਈ ਹੋਈ ਹੋਵੇ। ਆ ਪਹਿਲਾ ਚਾਂਸ ਵਾ। ਇੱਥੇ ਦੋ ਵਿਰੋਧੀ ਧਿਰਾਂ ਰਹੀਆਂ ਵਾ, ਅਕਾਲੀ ਤੇ ਕਾਂਗਰਸੀ। ਸਾਨੂੰ ਨਹੀਂ ਪਤਾ ਇਹ ਕਈ ਵਾਰੀ ਇਹ ਛੱਪੜਾਂ ਦਾ ਕੀ ਹੈ, ਕਾਗਜ਼ਾਂ 'ਚ ਜਿਹੜਾ ਪੁੱਟਿਆ ਗਿਆ ਤੇ ਕਾਗਜ਼ਾਂ 'ਚ ਪੂਰਿਆ ਗਿਆ ਵਾ। ਇਹ ਸਭ ਇਦਾਂ ਹੁੰਦਾ ਰਿਹਾ ਵਾ, ਹੇਰ ਫੇਰ ਹੁੰਦਾ ਰਿਹਾ। ਪਰ ਸਾਡੀ ਇਮਾਨਦਾਰ ਪਾਰਟੀ ਆ। ਅਸੀਂ ਹਲਕਾ ਵਿਧਾਇਕ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਬਹੁਤ ਹੀ ਇਮਾਨਦਾਰ ਪਰਸਨ ਨੇ, ਤੁਹਾਨੂੰ ਪਤਾ ਉਹਨਾਂ ਬਾਰੇ, ਤੁਸੀਂ ਜਾਣਦੇ ਜੋ ਭਲੀ ਭਾਂਤ। ਅਸੀਂ ਉਹਨਾਂ ਦੀ ਚੰਗੀ ਸੋਚ ਦੇ ਨਾਲ ਜੁੜੇ ਹੋਏ ਹਾਂ, ਠੀਕ ਆ। ਚੰਗੀ ਸੋਚ ਦੇ ਨਾਲ ਜੁੜ ਕੇ ਅਸੀਂ ਜਿੰਨੇ ਵੀ ਸਾਡੇ ਚੋਹਲਾ ਸਾਹਿਬ ਦੇ ਜਾਂ ਆਸ-ਪਾਸ ਇਲਾਕੇ ਦੇ ਕੰਮ ਆ ਬੜੀ ਇਮਾਨਦਾਰੀ ਦੇ ਨਾਲ ਕਰ ਰਹੇ ਹਾਂ। ਕੋਈ ਸਾਡੇ ਦੇ ਵਿੱਚ ਇਹੋ ਜਿਹੀ ਮਨ ਦੇ ਵਿੱਚ ਹੇਰ ਫੇਰ ਕੋਈ ਪੈਸੇ ਖਾਣ ਦੀ ਤਾਂਘ ਨਹੀਂ ਹੈਗੀ। ਜੋ ਵਿਰੋਧੀ ਜਿਹੜੀਆਂ ਪਹਿਲਾਂ ਰਵਾਇਤੀ ਪਾਰਟੀਆਂ ਸੀ ਉਹਨਾਂ ਦੀ ਤੇ ਮਨਸ਼ਾ ਤੇ ਉਹਨਾਂ ਦਾ ਮਤਲਬ ਤੇ ਉਹਨਾਂ ਦਾ ਕੰਮ ਵੀ ਇਹੀ ਆ ਵੀ ਪੈਸਾ ਕਿੱਦਾਂ ਲੁੱਟਣਾ ਤੇ ਕਿੱਦਾਂ ਲੋਕਾਂ ਨੂੰ ਕੁੱਟਣਾ। ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਹੀ ਹਲਕਾ ਕਾਦੀਆਂ ਦੇ ਪਿੰਡ ਰੂੜਾ ਬੱਟਰ ਵਿੱਚ ਚੋਰਾਂ ਵੱਲੋਂ 2 ਘਰਾਂ ਵਿੱਚ ਚੋਰੀ ਕੀਤੀ ਗਈ, ਜਿਸ ਵਿੱਚੋਂ ਇੱਕ ਘਰੋਂ ਚੋਰਾਂ ਨੇ AC LED ਪੱਖਾ, ਕਣਕ, 3 ਤੋਲੇ ਸੋਨਾ, 20,000 ਦੀ ਨਕਦੀ ਅਤੇ ਇਨਵਰਟਰ ਬੈਟਰਾ ਚੋਰੀ ਕਰ ਲਿਆ। ਹੱਦ ਤਾਂ ਉਦੋਂ ਹੋ ਗਈ ਜਦੋਂ ਚੋਰ ਦੂਸਰੇ ਘਰ, ਜੋ ਕਿ ਇੱਕ ਬਹੁਤ ਹੀ ਗਰੀਬ ਪਰਿਵਾਰ ਦਾ ਸੀ ਤੇ ਜਿਨ੍ਹਾਂ ਦੇ ਘਰ ਵਿੱਚ ਪਈ 4 ਕੁਇੰਟਲ ਸਰਕਾਰੀ ਕਣਕ ਵੀ ਚੋਰੀ ਕਰਕੇ ਲੈ ਗਏ। ਭਾਜੀ ਮੈਂ ਵੀ ਆਪਣੇ ਪੇਕੇ ਰਹਿੰਦੀ ਸਾਂ ਤੇ ਵਿੱਚ ਵਾਰ ਆਉਂਦੀ ਵੀ ਹਾਂ ਤੇ ਵਿੱਚ ਵਾਰ ਆਉਂਦੀ ਵੀ ਹਾਂ। ਹੁਣ ਮੈਨੂੰ 5 ਦਿਨ ਹੋਏ ਸੀ ਤਾਂ ਫੇਰਾ ਮਾਰ ਕੇ ਗਏ ਨੂੰ ਤੇ ਮੇਰੇ ਘਰ ਚੋਰੀ ਹੋ ਗਈ ਆ। 3 ਤੋਲੇ ਸੋਨਾ ਸੀ ਤੇ 20,000 ਰੁਪਈਆ ਨਕਦ ਕੈਸ਼ ਸੀ ਤੇ ਬਾਕੀ ਹੋਰ ਵੀ AC, ਇੱਕ AC ਸੀ ਤੇ ਬਾਕੀ ਹੋਰ ਮੋਟੇ ਮੋਟੇ ਚੀਜ਼ਾਂ ਜਿਹੜੀਆਂ ਇਹਨਾਂ ਦਾ ਨੁਕਸਾਨ ਹੋਇਆ ਵਾ। ਤੇ ਇਸ ਕਰਕੇ ਮੈਨੂੰ ਇਹ ਕਿ ਇਨਸਾਫ ਮਿਲਣਾ ਚਾਹੀਦਾ ਵਾ। ਅਮੀਤ ਕੌਰ ਜੀ। ਕੀ ਗੱਲ ਹੋਈ ਹੈ ਤੁਹਾਡੇ ਅੰਦਰ? ਅਸੀਂ ਸਾਡੀ ਭੈਣ ਜੀ ਨਹੀਂ ਠੀਕ ਹੈ, ਅਸੀਂ ਉੱਥੇ ਗਏ ਸੀ। ਨਿਆਣੇ ਮੇਰੇ ਦਿਹਾੜੀ ਦੱਪਾ ਕਰਦੇ ਜੇ, ਸਾਡੇ ਗੁਆਂਢ ਦੇਰ ਮੇਰਾ ਉਹਦੀਆਂ ਵੀ ਚੀਜ਼ਾਂ ਨਿਕਲ ਗਈਆਂ। ਸਾਡੇ ਘਰ ਦਾਲੇ ਸੀ, ਸਰਕਾਰ ਵੱਲ ਆਉਂਦੇ ਸੀ ਤੇ ਉਹ ਵੀ ਚੋਰੀ ਹੋ ਗਈ। ਅਸੀਂ ਹੁਣ ਆਣ ਕੇ ਵੇਖਿਆ ਜੀ। ਕਿੰਨੇ ਕੁ ਦਾਣੇ ਸਰ? ਸਾਡੇ 4 ਕੁਆਂਟਲ ਹੈਗੇ। ਜੋ ਬਲਵਿੰਦਰ ਸਿੰਘ ਦੇ ਘਰ ਚੋਰੀ ਹੋਈ ਆ ਉਹਦੇ ਸੰਬੰਧ ਵਿੱਚ ਅਸੀਂ ਮੌਕਾ ਦੇਖ ਲਿਆ ਜੀ। ਤਫਤੀਸ਼ ਜਾਰੀ ਹੈ। ਜਿਸ ਤਰੀਕੇ ਨਾਲ ਸਾਨੂੰ ਬਿਆਨ ਦੇਣਗੇ ਉਸੇ ਤਰੀਕੇ ਨਾਲ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਏਗੀ। ਕੀ ਕੰਪੈਰੀ ਚ ਕੀ ਦੇਖਿਆ ਗਿਆ, ਕਿੰਨੀ ਕੁ ਹੋਇਆ ਸਮਾਨ, ਕਿਹੜੀ ਕਿਹੜੀ ਚੀਜ਼ ਚੋਰੀ? ਜਿਸ ਤਰ੍ਹਾਂ ਜੋ ਸਮਾਨ ਦੀ ਸਾਨੂੰ ਲਿਸਟ ਦੇਣਗੇ ਉਹਦੇ ਮੁਤਾਬਕ ਕਾਰਵਾਈ ਕਰਦਾ ਹੈ। ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਕਾਰਨ ਅਤੇ ਚੋਰੀ ਹੋਏ 328 ਸਰੂਪਾਂ ਦੀ ਜਾਂਚ ਅਤੇ ਇਨਸਾਫ ਲੈਣ ਲਈ ਸਾਡਾ ਪੰਜਾਬ ਫੈਡਰੇਸ਼ਨ ਗੁਰਦਾਸਪੁਰ ਅਤੇ ਦਮਦਮੀ ਟਕਸਾਲ ਤੇ ਤਲਵੰਡੀ ਬਖਤਾ ਵੱਲੋਂ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ SGPC ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਗੁੰਡਾ ਟਾਸਕ ਫੋਰਸ ਬਣਾਈ ਹੈ ਜੋ ਸੰਗਤ ਨਾਲ ਦੁਰਵਿਹਾਰ ਕਰਦੀ ਹੈ। ਕਿਉਂਕਿ ਅੱਜ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਸਿੱਖ ਜਥੇਬੰਦੀਆਂ ਵੀ ਜਿੱਥੇ ਚੁੱਕ ਰਹੀਆਂ ਨੇ, ਉੱਥੇ ਨਾਲ ਪੋਲੀਟੀਕਲ ਪਾਰਟੀਆਂ ਨੇ ਸਿਰਫ ਇੱਕ ਇਹ ਚੋਣਾਂ ਲੜਨ ਦਾ ਮੁੱਦਾ ਬਣਾ ਰੱਖਿਆ ਹੋਇਆ। ਵੱਖ-ਵੱਖ ਪਾਰਟੀਆਂ ਸਮੇਂ-ਸਮੇਂ ਤੇ ਗੱਲ ਕਰਦੀਆਂ ਨੇ, ਪਰ ਉਹਨਾਂ ਨੂੰ ਚੇਤਾ ਸਿਰਫ ਉਦੋਂ ਆਉਂਦਾ ਜਦੋਂ ਚੋਣਾਂ ਨੇੜੇ ਆਉਂਦੀਆਂ ਨੇ। ਹੁਣ ਵੀ 2 ਮਹੀਨੇ ਪਹਿਲਾਂ ਅਸੀਂ ਦੇਖਿਆ ਕਿ ਲੋਕ ਸਭਾ ਦੀ ਜਿਮਨੀ ਚੋਣ ਹੋਈ ਸੰਗਰੂਰ ਦੇ ਵਿੱਚ, ਉੱਥੇ ਵੀ ਸਾਡੀਆਂ ਪੋਲੀਟੀਕਲ ਪਾਰਟੀਆਂ ਨੇ ਇਸੇ ਮੁੱਦੇ ਦੇ ਉੱਤੇ ਇਲੈਕਸ਼ਨ ਲੜੀ, ਪਰ ਉਸ ਤੋਂ ਬਾਅਦ ਪਤਾ ਨਹੀਂ ਉਹਨਾਂ ਦੀ ਯਾਦਾਸ਼ਤ ਕਮਜ਼ੋਰ ਆ। ਉਹ 1.5 ਮਹੀਨੇ ਬਾਅਦ ਇਹਨਾਂ ਨੂੰ ਚੇਤਾ ਭੁੱਲ ਗਿਆ ਵੀ ਸਾਡੇ ਬੰਦੀ ਸਿੰਘ ਅਜੇ ਰਿਹਾ ਨਹੀਂ ਹੋਏ ਔਰ ਨਾ ਹੀ ਉਹ ਮੁੱਦਾ ਅਜੇ ਖਤਮ ਹੋ ਚੁੱਕਿਆ। ਸੋ ਇਸ ਕਰਕੇ ਮੈਂ ਇਹ ਗੱਲ ਕਹਾਂਗਾ ਵੀ ਪੋਲੀਟੀਕਲ ਪਾਰਟੀਆਂ ਤੋਂ ਸਾਨੂੰ ਕੋਈ ਆਸ ਨਹੀਂ। ਅਕਾਲੀ ਦਲ ਤੇ ਲੰਬੇ ਸਮੇਂ ਤੋਂ ਇਸ 'ਤੇ ਸਿਰਫ ਸਿਆਸਤ ਕਰ ਰਹੀ ਆ ਔਰ ਉਹਨੂੰ ਖੱਟਣ ਦੀ ਕੋਸ਼ਿਸ਼ ਕਰਦੀ ਪਈ ਆ ਔਰ ਉਹਨਾਂ ਨੇ ਸੱਤਾ ਵੀ ਹੰਢਾਈ ਆ। ਕਾਂਗਰਸ ਦੇ ਬਾਰੇ ਤੇ ਗੱਲ ਹੀ ਛੱਡ ਦਿਓ ਵੀ ਜਿਹੜੇ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕਰਵਾ ਸਕਦੇ ਆ ਉਹ ਸਾਨੂੰ ਨਿਆਂ ਕਿੱਦਾਂ ਦੇਣਗੇ। ਤੇ ਜਿਹੜੀ ਇੱਕ ਹੁਣ ਬਦਲਾਅ ਵਾਲੀ ਪਾਰਟੀ ਆਈ ਹੈ ਇਸ ਵੇਲੇ ਸੱਤਾ ਦੇ ਵਿੱਚ, ਆਮ ਆਦਮੀ ਪਾਰਟੀ, ਉਹਨਾਂ ਦੇ ਮੰਤਰੀਆਂ ਨੂੰ ਵਾਅਦੇ ਤੇ ਕੀਤੇ ਸੀਗੇ ਵੀ 24 ਘੰਟਿਆਂ 'ਚ ਸਾਨੂੰ ਨਿਆਂ ਮਿਲੇਗਾ, ਬੰਦੀ ਸਿੰਘ ਰਿਹਾ ਕਰਾਂਗੇ ਜਾਂ ਬਰਗਾੜੀ ਦੇ ਮੁੱਦੇ ਦੇ ਉੱਤੇ ਆਪਾਂ ਸਾਰੀ ਜੋ ਵੀ ਹੈਗੀ ਆ ਦੋਸ਼ੀ ਫੜ ਕੇ ਜੇਲ੍ਹਾਂ 'ਚ ਦਿਆਂਗੇ। ਪਰ ਉਹਨਾਂ ਦੇ ਹੀ ਕੁਝ ਮੰਤਰੀਆਂ ਨੂੰ ਇਹ ਵੀ ਚੇਤਾ ਭੁੱਲ ਜਾਂਦਾ ਇਲੈਕਸ਼ਨ ਹਾਰਨ ਤੋਂ ਬਾਅਦ ਵੀ ਫਸਲਾਂ ਦੀ ਵਾਢੀ ਦਾ ਸਮਾਂ ਇਹਨਾਂ ਨੂੰ ਚੇਤਾ ਭੁੱਲ ਜਾਂਦਾ, ਤੇ ਫਿਰ ਜਿਹੜੇ ਉਹਨਾਂ ਨੇ ਵਾਅਦੇ ਸਾਡੇ ਨਾਲ ਚੋਣਾਂ ਵੇਲੇ ਕੀਤੇ ਸੀ ਉਹ ਪੂਰੇ ਕਿੱਦਾਂ ਕਰਨਗੇ। ਸੋ ਇਸ ਕਰਕੇ
ਅੱਜ ਅਸੀਂ ਬੇਨਤੀ ਕਰਨ ਲੱਗੇ ਹਾਂ ਆਪਣੀ ਸਿੱਖ ਸੰਗਤ ਨੂੰ, ਨਾਲ ਦੀ ਨਾਲ ਹੀ ਉਸ ਇਨਸਾਨੀਅਤ ਰੱਖਣ ਵਾਲੇ ਸਰੀਰਾਂ ਨੂੰ, ਪੰਜਾਬ ਦੇ ਵਾਸੀਆਂ ਨੂੰ, ਭਾਰਤ ਦੇ ਵਾਸੀਆਂ ਨੂੰ, ਵੀ ਇਹ ਜਿਹੜੀ ਲੜਾਈ ਹੈ ਸਾਨੂੰ ਆਪ ਲੜਨੀ ਪੈਣੀ ਆ। ਔਰ ਜਿਸ ਤਰ੍ਹਾਂ ਅਸੀਂ ਕਿਸਾਨ ਅੰਦੋਲਨ ਦੇ ਵਿੱਚ ਵੀ ਜੰਗ ਲੜੀ ਸੀ, ਪਿੰਡ ਪਿੰਡ ਜਾ ਕੇ ਇਕਾਈਆਂ ਬਣਾਈਆਂ ਸੀ, ਸੰਗਤ ਨੂੰ ਜਾਗਰੂਕ ਕੀਤਾ ਸੀ ਵੀ ਉਹਨਾਂ ਦੇ ਹੱਕ ਕਿੱਦਾਂ ਮਰਦੇ ਪਏ ਨੇ। ਔਰ ਜਿਹੜੇ ਸਿੰਘਾਂ ਨੇ ਆਪਣੀ ਕੌਮ ਦੇ ਵਾਸਤੇ ਲੜਾਈ ਲੜੀ ਆ, ਇੱਕ ਵਾਰੀ ਉਹਨਾਂ ਦਾ ਪਿਛੋਕੜ ਪੜ੍ਹ ਕੇ ਦੇਖੋ, ਫਰੋਲ ਕੇ ਦੇਖੋ, ਉਹਨਾਂ ਦੇ ਪਰਿਵਾਰਾਂ ਕੋਲ ਜਾ ਕੇ ਦੇਖੋ ਵੀ ਕਿਸ ਤਰ੍ਹਾਂ ਉਹ ਕਿਹੜੇ ਦੇਸ਼ਾਂ ਦੇ ਵਿੱਚ, ਅਮਰੀਕਾ ਵਰਗੇ, ਕੈਨੇਡਾ ਦੇ ਵਰਗੇ ਦੇਸ਼ਾਂ ਦੇ ਵਿੱਚ 1990 ਦੇ ਵਿੱਚ ਵੈਲ ਸੈਟਲ ਸੀ। ਉਹਨਾਂ ਨੇ ਆਪਣੇ ਕੌਮ ਦੀ ਖਾਤਰ ਦੇਸ਼ ਛੱਡ ਕੇ ਔਰ ਆਪਣੀ ਕੌਮ ਦੇ ਵਾਸਤੇ, ਸਿੱਖ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ ਨੇ। ਤੇ ਅੱਜ ਸਾਨੂੰ ਜ਼ਰੂਰਤ ਆ ਕਿ ਉਹਨਾਂ ਦੇ ਨਾਲ ਖੜੀਏ, ਉਹਨਾਂ ਦੀ ਹੱਕ ਸੱਚ ਦੀ ਲੜਾਈ ਲੜੀਏ। ਔਰ ਅਸੀਂ ਤੇ ਇੱਕੋ ਬੇਨਤੀ ਕਰਾਂਗੇ ਵੀ ਅਸੀਂ ਇਹ ਪ੍ਰੈਸ ਕਾਨਫਰੰਸਾਂ 'ਚ ਇਸ ਕਰਕੇ ਰੱਖ ਰਹੇ ਹਾਂ ਕਿ ਸੰਗਤ ਨੂੰ ਜਾਗਰੂਕ ਕੀਤਾ ਜਾਵੇ। ਪਿੰਡ ਪਿੰਡ ਤੱਕ ਆਪਣੀ ਇਹ ਆਵਾਜ਼ ਨੂੰ ਲੈ ਕੇ ਜਾਵਾਂਗੇ, ਪਿੰਡਾਂ ਦੇ ਵਿੱਚ ਜਾ ਕੇ ਸੰਗਤ ਨੂੰ ਬੇਨਤੀ ਕਰਾਂਗੇ ਤਾਂ ਕਿ ਇਹ ਲੋਕ ਲਹਿਰ ਬਣ ਸਕੇ। ਤੇ ਜਦੋਂ ਇਹ ਲੋਕ ਲਹਿਰ ਬਣ ਗਈ ਤੇ ਫਿਰ ਸਾਡਾ ਕੋਈ ਵੀ ਹੱਕ ਮਰ ਨਹੀਂ ਸਕਦਾ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਸਿੱਖਾਂ ਦੇ ਮਨ ਨੂੰ ਲੱਗਦਾ ਵੀ ਉਹ ਆਪਣਾ ਵੱਖਰਾ ਰਹਿਣਾ ਚਾਹੁੰਦੇ ਤਾਂ ਉਹਨਾਂ ਨੂੰ ਅਲੱਗਾ ਸਟੇਟ ਜਿਹੜੀ ਉਹ ਦਿੱਤੀ ਜਾਵੇਗੀ, ਉਹ ਆਪਣੇ ਤਰੀਕੇ ਨਾਲ ਉੱਥੇ ਰਹਿ ਸਕਣ। ਪਰ ਹੋਇਆ ਕਿ ਉਹਦਾ ਖਮਿਆਜਾ ਸਾਨੂੰ ਕੀ ਮਿਲਿਆ? ਦੇਸ਼ ਆਜ਼ਾਦ ਹੁੰਦਾ ਤੇ ਸਾਨੂੰ ਸਿੱਖਾਂ ਨੂੰ ਪਹਿਲਾ ਤੋਹਫਾ ਇਹ ਦਿੱਤਾ ਜਾਂਦਾ ਵੀ ਇਹ ਜਰਾਇਮ ਪੇਸ਼ਾ ਕੌਮ ਆ, ਵੀ ਇਹ ਲੁੱਟਾਂ ਖੋਹਾਂ ਕਰਨ ਵਾਲੇ ਲੋਕ ਆ, ਇਹਨਾਂ ਨੂੰ ਸਮਾਜ ਵਿੱਚ ਨਹੀਂ ਰਹਿਣਾ ਹੁੰਦਾ। ਔਰ ਉਸ ਤੋਂ ਬਾਅਦ 1955 ਦੇ ਵਿੱਚ ਸ੍ਰੀ ਦਰਬਾਰ ਸਾਹਿਬ ਤੇ ਫੌਜ ਚੜ੍ਹ ਕੇ ਆਉਂਦੀ ਹੈ। ਉਸ ਤੋਂ ਬਾਅਦ 'ਚ ਫਿਰ ਲਗਾਤਾਰ ਹਿੰਦੁਸਤਾਨ ਦਾ ਜਿਹੜਾ ਸਰਕਾਰੀ ਤੰਤਰ ਆ ਉਹ ਸਿੱਖਾਂ ਨੂੰ ਦਬਾਉਣ ਵਾਸਤੇ ਲੱਗਾ ਰਿਹਾ, ਸਿੱਖਾਂ ਨੂੰ ਕੁਚਲਣ ਵਾਸਤੇ ਲੱਗਾ ਰਿਹਾ। ਤੇ ਅਖੀਰ ਜੂਨ 1984 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਨੇ ਉਹ ਤਾਕਤ, ਉਹ ਪਾਵਰ ਸਾਡੇ ਤੇ ਵਰਤ ਕੇ ਸਾਨੂੰ ਮਲੀਆ ਮੇਟ ਕਰਨ ਦਾ ਯਤਨ ਕੀਤਾ, ਜਿਹੜੀ ਪਾਵਰ, ਜਿਹੜੀ ਤਾਕਤ ਕਿਸੇ ਦੂਸਰੇ ਵਿਰੋਧੀ ਦੇਸ਼ ਦੇ ਨਾਲ ਜਦੋਂ ਜੰਗ ਲੱਗਦੀ ਹੈ ਤੇ ਉਹਦੇ ਨਾਲ ਵਰਤੀ ਜਾਂਦੀ ਹੈ। ਇੱਥੋਂ ਤੱਕ ਸਾਡਾ ਜਿਹੜਾ ਸਭ ਤੋਂ ਸਰਵਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਆ, ਉਹਨੂੰ ਬੰਬਾਂ ਦੇ ਨਾਲ, ਟੈਂਕਾਂ ਦੇ ਨਾਲ ਫੌਜਾਂ ਚੜ੍ਹਾ ਕੇ ਢਹਿ ਢੇਰੀ ਕੀਤਾ। ਔਰ ਹਜ਼ਾਰਾਂ ਨਹੀਂ, ਲੱਖਾਂ ਹੀ ਨਿਰਦੋਸ਼ ਜਿਹੜੀਆਂ ਸੰਗਤਾਂ ਉੱਥੇ ਪਹੁੰਚੀਆਂ ਸਨ ਉਹਨਾਂ ਨੂੰ ਕਤਲ ਕੀਤਾ। ਨਿੱਕੇ ਨਿੱਕੇ ਬੱਚਿਆਂ ਨੂੰ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਫੌਜੀਆਂ ਨੇ ਬਾਹਾਂ ਤੋਂ ਪਕੜ ਕੇ, ਲੱਤਾਂ ਤੋਂ ਪਕੜ ਕੇ ਤਾਂ ਨੂੰ ਛੁੱਟਿਆ। ਦੂਸਰੇ ਫੌਜੀ ਨੇ ਉਹਨਾਂ ਛੋਟੇ ਛੋਟੇ ਬੱਚਿਆਂ ਤੇ ਬ੍ਰੈਸਟ ਮਾਰੇ, ਜਿਹਦਾ ਰੋਸ ਸਾਡੀ ਕੌਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਸਾਡੀ ਨੌਜਵਾਨੀ ਦੇ ਅੰਦਰ ਆਇਆ। ਆ ਮੇਰੇ ਕੋਲ ਸਾਰਾ ਉਹਨਾਂ ਬੰਦੀ ਸਿੰਘਾਂ ਦਾ ਵੇਰਵਾ ਪਿਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਭੁੱਲਰ ਜਾਂ ਭਾਈ ਜਗਤਾਰ ਸਿੰਘ ਜੀ ਹਵਾਰਾ ਪੜ੍ਹੇ ਲਿਖੇ ਨੇ, ਭਾਈ ਰਾਜੋਆਣਾ ਜੀ, ਭਾਈ ਦਿਲਾਵਰ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀਤਾ, ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਹਨ। ਪਰ ਫਿਰ ਵੀ ਜਦੋਂ ਉਹਨਾਂ ਨੇ ਆਪਣੀ ਅਜ਼ਮਤ ਤੇ ਐਡਾ ਤਗੜਾ ਹਮਲਾ ਦੇਖਿਆ, ਇਹ ਨਾ ਬਰਦਾਸ਼ਤ ਕਰਨ ਯੋਗ ਸੀ, ਜਿਸ ਕਰਕੇ ਸਾਡੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਹਥਿਆਰ ਆਏ ਤੇ ਉਹਨਾਂ ਨੇ ਇਹ ਜੋ ਸਾਡੇ ਨਾਲ ਧੱਕਾ ਹੋਇਆ ਉਹਦੇ ਵਰਖਲਾਫ ਇੱਕ ਜੰਗ ਵਿੱਢੀ ਹੈ। ਔਰ ਉਸ ਜੰਗ ਦੇ ਵਿੱਚ ਉਹਦੇ ਤੋਂ ਬਾਅਦ ਮੁੜ ਕੇ ਹਿੰਦੂ ਸਰਕਾਰ ਦੇ ਤੰਤਰ ਨੇ ਬੇਅੰਤੇ ਬੁੱਚੜ ਵਰਗੇ ਬੰਦੇ ਨੂੰ ਮੁੱਖ ਮੰਤਰੀ ਲਾ ਕੇ, KPS ਗਿੱਲ ਨੂੰ DGP ਲਾ ਕੇ ਸਾਡੇ ਬੱਚਿਆਂ ਦਾ, ਸਾਡੇ ਨੌਜਵਾਨਾਂ ਦਾ, ਸਾਡੀਆਂ ਧੀਆਂ ਭੈਣਾਂ ਦਾ ਪੰਜਾਬ ਦੀ ਧਰਤੀ ਤੇ ਸ਼ਿਕਾਰ ਖੇਡਿਆ। ਕਿਸ ਤਰੀਕੇ ਨਾਲ ਖੇਡਿਆ ਸਾਨੂੰ ਸਾਰਾ ਪਤਾ ਹੈ। ਤੇ ਜੇ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਨੇ ਉਹ ਸਾਰਾ ਬਾਇਓਡਾਟਾ ਇਕੱਠਾ ਕੀਤਾ ਤੇ ਇਹਨਾਂ ਜ਼ਾਲਮ ਲੋਕਾਂ ਨੇ, DGP ਗਿੱਲ ਵਰਗੇ ਲੋਕਾਂ ਨੇ, ਇਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਵੀ ਕਤਲ ਕਰ ਦਿੱਤਾ। ਮੈਂ ਬੇਨਤੀ ਕਰਾਂ, ਭਾਈ ਦਿਲਾਵਰ ਸਿੰਘ, ਭਾਈ ਰਾਜੋਆਣਾ ਜੀ, ਭਾਈ ਹਵਾਰਾ ਜੀ, ਇਹ ਜਿੰਨੇ ਵੀ ਬੰਦੀ ਸਿੰਘ ਨੇ ਜਿਨ੍ਹਾਂ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਿਆ ਹੈ, ਇਹਨਾਂ ਨੇ ਤਾਂ ਸੋਧਿਆ, ਇਹਨਾਂ ਲੋਕਾਂ ਨੇ ਸਾਡੀ ਕਤਲੋਗਾਰਤ ਕੀਤੀ ਆ ਪੰਜਾਬ ਦੇ ਵਿੱਚ, ਇਹਨਾਂ ਨੇ ਕਤਲ ਕੀਤੇ ਨੇ ਸਾਡੇ। ਇਸ ਕਰਕੇ ਮੈਂ ਉਦਾਹਰਨ ਦੇ ਤੌਰ ਤੇ ਕਹਿਣਾ ਚਾਹੁੰਦਾ, ਰਾਮ ਜੀ ਨੇ ਰਾਵਣ ਨੂੰ ਕਿਉਂ ਮਾਰਿਆ? ਰਾਮ ਜੀ ਨੇ ਰਾਵਣ ਨੂੰ ਇਸ ਕਰਕੇ ਮਾਰਿਆ ਕਿਉਂਕਿ ਰਾਵਣ ਨੇ ਸੀਤਾ ਜੀ ਦਾ ਅਪਹਰਨ ਕੀਤਾ। ਉਹਦੇ ਰੋਸ ਵਜੋਂ ਲੰਕਾ ਦੇ ਵਿੱਚ ਐਡਾ ਤਗੜਾ ਜੰਗ ਹੁੰਦਾ ਤੇ ਤਾਂ ਕਰਕੇ ਰਾਵਣ ਨੂੰ ਮਾਰਿਆ ਗਿਆ। ਮੈਂ ਬੇਨਤੀ ਕਰਾਂ ਕਿ ਪੁਲਿਸ ਨੇ ਸਾਡੀਆਂ ਬਹੂ ਬੇਟੀਆਂ ਨੂੰ ਘਰਾਂ ਚੋਂ ਚੁੱਕ ਕੇ, ਕਿੰਨੀਆਂ ਸਾਡੇ ਕੋਲ ਉਦਾਹਰਨਾਂ ਨੇ, ਇਹਨਾਂ ਨੇ ਉਹਨਾਂ ਦੇ ਕਤਲ ਨਹੀਂ ਕੀਤੇ? ਕੀ ਥਾਣਿਆਂ ਦੇ ਵਿੱਚ
ਰੇਪ ਨਹੀਂ ਹੋਏ ਸਾਡੀਆਂ ਧੀਆਂ ਭੈਣਾਂ ਦੇ, ਕੀ ਕੁਝ ਸਾਡੇ ਨਾਲ ਹੋਇਆ। ਉਸ ਰੋਸ ਵਜੋਂ ਸਾਡੇ ਸਿੰਘਾਂ ਨੇ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਬੰਬ ਦੇ ਨਾਲ ਢਾਇਆ, ਉਹਨੂੰ ਸੋਧਿਆ, ਉਹਦੀ ਕੀਤੀ ਦੀ ਸਜ਼ਾ ਭੁਗਤਾਈ ਆ ਇਹਨਾਂ ਸਿੰਘਾਂ ਨੇ। ਉਸ ਤੋਂ ਬਾਅਦ ਇਹ ਭਾਰਤ ਦੇ ਸੰਵਿਧਾਨ ਦੇ ਤਹਿਤ ਇਹਨਾਂ ਨੂੰ ਸਜ਼ਾਵਾਂ ਹੋਈਆਂ, ਉਹ ਸਜ਼ਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਚੁੱਕੀਆਂ ਨੇ। ਜਿੱਥੇ ਤੇ ਸ਼੍ਰੋਮਣੀ ਕਮੇਟੀ ਦੀ ਗੱਲ ਆ ਜਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਆ, ਉਹ ਤੇ ਮਹਿਜ ਇੱਕ ਡਰਾਮਾ ਹੈ, ਹੋਰ ਉਸ ਤੋਂ ਵੱਧ ਕੁਝ ਨਹੀਂ ਹੈਗਾ। ਜਿਹੜੀਆਂ ਤੁਸੀਂ ਬਾਕੀ ਜਥੇਬੰਦੀਆਂ ਦੀਆਂ ਗੱਲਾਂ ਕਰ ਰਹੇ ਹੋ, ਸਾਡੇ ਕੋਲ ਤੁਸੀਂ ਪੱਤਰਕਾਰ ਵੀਰ ਹੋ, ਤੁਹਾਡੇ ਕੋਲ ਵੀ ਸਭ ਕੁਝ ਹੈਗਾ। ਇਹ ਬੜੇ ਚਿਰ ਤੋਂ ਇਹ ਆਵਾਜ਼ਾਂ ਉੱਠ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਦੋਂ ਤੋਂ ਆਵਾਜ਼ ਚੁੱਕ ਰਿਹਾ, ਹੋਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਕਦੋਂ ਤੋਂ। ਇਹ ਅਸੀਂ ਤੇ ਹਰ ਸਾਲ ਜਦੋਂ ਤੁਸੀਂ ਦੇਖੋ ਭਾਈ ਗੁਰਬਖਸ਼ ਸਿੰਘ ਜੀ ਨੇ ਜਥੇਬੰਦੀਆਂ ਅਲੱਗ-ਅਲੱਗ ਹੋ ਕੇ ਆਪੋ ਆਪਣੀਆਂ ਡਬਲੀ ਵਜਾਉਂਦੀਆਂ, ਕਿਉਂ ਨਹੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਤਲੁਜ ਦਰਿਆ ਵਿੱਚ ਪਾਣੀ ਦਾ ਵਹਾਅ ਵਧਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਖਰਾਬ ਹੋਣ ਜਿੱਥੇ ਚਿੰਤਾ ਸਤਾ ਰਹੀ ਹੈ, ਉੱਥੇ ਸਰਕਾਰ ਵੱਲੋਂ ਬੰਨ ਦੇ ਨਾਲ ਲੱਗਦੇ ਪਿੰਡਾਂ ਨੂੰ ਆਪਣੇ ਘਰਾਂ ਵਿੱਚੋਂ ਸਮਾਨ ਕੱਢਣ ਦੀਆਂ ਅਲਾਉਂਸ ਮਿੰਟਾਂ ਵੀ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਦਰਿਆ ਦਾ ਪਾਣੀ ਰਾਤ ਵਿੱਚ ਵਧਿਆ ਹੈ, ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਉਹਨਾਂ ਦੀਆਂ ਇਹ ਫਸਲਾਂ ਵੀ ਖਰਾਬ ਹੋ ਜਾਣਗੀਆਂ। ਪੀੜਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਰਜ਼ੇ ਦੀ ਮਾਰ ਤੋਂ ਬਚ ਸਕਣ। ਕੀਤਾ ਜਾਵੇ, ਕੋਈ ਨਹਿਰਾਂ ਕੱਢੀਆਂ ਜਾਣ ਤੇ ਜੇ ਆਏ ਸਾਲ ਨੁਕਸਾਨ ਹੁੰਦਾ ਇਹ ਨਾ ਹੋਵੇ। ਪਾਣੀ ਆਏ ਸਾਲ ਵੀਰ ਜੀ ਆਉਂਦਾ ਤੇ ਕੋਈ ਸਰਕਾਰ ਕਰਦੀ ਨਹੀਂ, ਦਰਿਆ ਵੇਚਦੀ ਜਾਣ ਡਿਆ ਪਾਣੀ ਦੇ, ਕੋਈ ਸਾਨੂੰ ਮੁਆਵਜ਼ਾ ਨਹੀਂ ਮਿਲ ਰਿਹਾ, ਕੋਈ ਗੱਲ ਨਹੀਂ ਬਾਤ ਨਹੀਂ। ਸਰਕਾਰ ਤੋਂ ਇਹ ਮੰਗ ਚਾਹੁੰਦੇ ਆ ਵੀ ਸਾਨੂੰ ਕੋਈ ਨਾ ਕੋਈ ਮੁਆਵਜ਼ਾ ਮਿਲੇ, ਸਾਡਾ ਪਾਣੀ ਦਰਿਆ ਦੇ ਵਿੱਚ ਪਾਣੀ ਜਾਣ ਡਿਆ ਪੈਲੀ ਦੇ ਵਿੱਚ। ਜਿਸ ਤਰ੍ਹਾਂ ਕਿ ਸੁਣਨ ਮਿਲਿਆ ਕਿ ਗੁਰਦੁਆਰੇ ਚ ਹਾਂਜੀ, ਕੱਲ ਸ਼ਾਮੀ ਗੁਰਦੁਆਰੇ ਅਲੌਸਮੈਂਟ ਕੀਤੀ ਬਾਬੇ ਪੂਰਦਾਸ ਦੇ ਗੁਰਦੁਆਰੇ ਤੇ ਅੱਜ ਨੂੰ ਸਵੇਰ ਵੇਖਣਾ ਦਰਿਆ ਭਰਦਾ ਜਾਣ ਡਿਆ, ਪਾਣੀ ਆਉਣ ਡਿਆ ਪਿੱਛੇ ਬਹੁਤ ਜ਼ਿਆਦਾ। ਕੀ ਫਸਲ ਦਾ ਨੁਕਸਾਨ ਹੋ ਸਕਦਾ ਜੀ, ਆਏ ਸਾਲ ਹੁੰਦਾ ਜੀ। 50,000 ਚੂਸਕ ਜੇ ਡੈਮ ਦਾ ਪਾਣੀ ਪਿੱਛੇ ਜੇ ਪਾਣੀ ਉਹ ਵੀ ਗਾਂਹ ਆਉਣਾ ਤੇ ਸਾਡੀਆਂ ਫਸਲਾਂ ਵਿੱਚ ਝੋਨੇ ਲਾਏ ਆ ਤੇ ਸਾਡਾ ਝੋਨਿਆਂ ਨੁਕਸਾਨ ਹੋਣਾ। ਸਾਨੂੰ ਪਰ ਵੀ ਸਾਡਾ ਜੋ ਪਰਾਰ ਵੀ ਪਾਣੀ ਆਇਆ, ਸਾਡਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਆਇਆ। 15-20 ਕਿੱਲੇ ਝੋਨਾ ਖਰਾਬ ਹੋ ਗਿਆ। ਸਾਨੂੰ ਕੋਈ ਸਰਕਾਰ ਦਾ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਸਾਨੂੰ ਪੰਜਾਬ ਵਿੱਚ ਸਿਹਤ ਸੇਵਾਵਾਂ ਦਾ ਬੁਰਾ ਹਾਲ ਹੈ, ਨਾ ਦਵਾਈ ਨਾ ਡਾਕਟਰ ਤੇ ਨਾ ਕੋਈ ਸਹੂਲਤ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਸਾਹਮਣੇ ਆਇਆ ਹੈ, ਜਦੋਂ ਗਰਭਵਤੀ ਔਰਤ ਨੇ ਜ਼ਮੀਨ ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ ਕਿਉਂਕਿ ਉੱਥੇ ਕੋਈ ਦੇਖਣ ਵਾਲਾ ਨਹੀਂ ਸੀ। ਪੀੜਤ ਪਰਿਵਾਰ ਨੇ ਕਿਹਾ ਕਿ ਕੋਈ ਵੀ ਆਮ ਇਨਸਾਨ ਵੱਲ ਧਿਆਨ ਨਹੀਂ ਦੇ ਰਿਹਾ ਤੇ ਸਰਕਾਰ ਵੱਡੀਆਂ ਗੱਲਾਂ ਕਰਦੀ ਹੈ। ਦੀਵਾਲ ਜੀ ਦੇ ਪਿੰਡ ਤੋਂ ਆ ਔਰ ਉਹਨਾਂ ਦੇ ਫੈਮਿਲੀ ਦੇ ਵਿੱਚੋਂ। ਅੱਜ ਤੁਸੀਂ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਹਸਪਤਾਲ ਆਏ ਜੇ, ਕੀ ਮਤਲਬ ਹੈ? ਸਰ ਮੇਰੇ ਇੱਥੇ ਸਿਸਟਰ ਇਨ ਲਾਅ ਆ, ਯਾਨੀ ਕਿ ਸਾਲੇਹਾਰ ਆ, ਉਹਨਾਂ ਨੂੰ ਬੱਚਾ ਪੈਦਾ ਹੋਣ ਵਾਲਾ ਉਹਨਾਂ ਦੇ 1-2 ਦਿਨ ਤੱਕ। 4 ਦਿਨ ਉਹਨਾਂ ਨੂੰ ਆਲਰੇਡੀ ਹੋ ਗਏ ਇੱਥੇ ਆਇਆ ਨੂੰ। ਔਰ ਸਰ ਅੱਜ ਦੇ ਉਹਨਾਂ ਨੇ ਮਤਲਬ ਬਹੁਤ ਬੁਰਾ ਕੀਤਾ ਉਹਨਾਂ ਦੇ ਨਾਲ। ਉਹਨਾਂ ਨੂੰ ਸਵੇਰੇ ਦੂਸਰੇ ਰੂਮ ਚੋਂ ਕੱਢ ਕੇ ਤੇ ਬਾਹਰ ਚੇਅਰ ਤੇ ਬਿਠਾਤਾ, ਜਦੋਂ ਕਿ ਉਹਨਾਂ ਦੀ ਪ੍ਰੈਗਨੈਂਸੀ ਮਤਲਬ ਲਾਸਟ ਡੇਜ਼ 'ਤੇ ਚੱਲ ਰਹੀ ਆ। 1 ਜਾਂ 2 ਦਿਨ ਦੇ ਵਿੱਚ ਬੱਚਾ ਪੈਦਾ ਹੋਣ ਵਾਲਾ। ਉਹਨਾਂ ਨੂੰ ਬਾਹਰ ਬਿਠਾਤਾ। ਬਾਅਦ 'ਚ ਉਹਨਾਂ ਦੇ ਹਸਬੈਂਡ ਸਰਦਾਰ ਗੁਰਪ੍ਰੀਤ ਸਿੰਘ ਆਏ ਆ, ਉਹ ਵੀ ਇੱਥੇ ਹੀ ਨੇ। ਉਹਨਾਂ ਨੇ ਆ ਕੇ ਫਿਰ ਥੋੜ੍ਹਾ ਮਤਲਬ ਡਾਕਟਰ ਦੇ ਨਾਲ ਥੋੜ੍ਹਾ ਮਤਲਬ ਡਿਸਪਿਊਟ ਟਾਈਪ ਹੋ ਗਿਆ, ਥੋੜ੍ਹਾ ਉੱਚਾ ਨੀਵਾਂ ਬੋਲੇ। ਫਿਰ ਇੰਨੀ ਮਤਲਬ ਜਦੋਜਹਿਦ ਤੋਂ ਬਾਅਦ 3 ਘੰਟੇ ਬਾਅਦ ਇਹ ਕੋਮਲਪ੍ਰੀਤ ਕੌਰ ਜਿਹੜੇ ਮੇਰੇ ਰਾਈਟ ਸਾਈਡ 'ਤੇ ਇਸ ਟਾਈਮ ਬੈੱਡ 'ਤੇ ਪਏ ਆ, ਫਿਰ ਇਹਨਾਂ ਨੂੰ ਬੈੱਡ ਪ੍ਰੋਵਾਈਡ ਕੀਤਾ। ਲੇਕਿਨ ਬੈੱਡ ਵੀ ਪ੍ਰੋਵਾਈਡ ਤਾਂ ਕੀਤਾ ਕਿ ਉਹਨਾਂ ਨਾਲ ਇੱਕ ਬੰਦਾ ਹੋਰ ਸ਼ੇਅਰ ਕਰੂਗਾ। ਆ ਤੁਸੀਂ ਖੁਦ ਦੇਖ ਲਓ ਕਿ 2 ਬੀਬੀਆਂ ਇਸ ਟਾਈਮ 'ਤੇ ਪਈਆਂ ਨੇ, ਉਹ ਵਿਚਾਰਿਆਂ ਨੇ ਵੀ ਉਹਨਾਂ ਦਾ ਵੀ ਬੱਚਾ ਹੋਣ ਵਾਲਾ। ਨਾਲ ਵਾਲੇ ਜਿਹੜਾ ਵੀ ਤੁਸੀਂ ਬੈੱਡ ਦੇਖੋਗੇ 2-2 ਆ। ਇਹਦੇ ਸਾਹਮਣੇ ਵਾਲੇ ਲੈਫਟ ਸਾਈਡ 'ਤੇ ਵੇਖੋ 2 ਬੱਚੇ ਆ। ਆਹ ਦੇਖੋ, ਇੱਕ ਦਾ ਬੱਚਾ ਇੱਧਰ ਪਿਆ ਵਾ, ਇੱਕ ਦਾ ਬੱਚਾ ਉੱਪਰ ਆ, ਉਹ ਨਾਲ ਆ, ਇੱਕ ਭੈਣ ਬੈਠੀ ਆ, ਨਾਮ ਤੇ ਮੈਨੂੰ ਉਹਨਾਂ ਦਾ ਪਤਾ ਨਹੀਂ। ਇੱਧਰ ਦੇਖੋ ਤੁਸੀਂ ਸਾਰੇ, ਆਹ ਦੇਖੋ, ਆ 2-2 ਲੇਡੀਜ਼ ਹਰ ਬੈੱਡ ਤੇ 2-2 ਲੇਡੀਜ਼ ਨੇ। ਕੀ ਕਾਰਨ ਲੱਗਦਾ ਕਿ ਜਿਹੜਾ ਇੱਕ ਬੈਂਚ ਤੇ 2 ਲੇਡੀ ਪਾਈ ਹੈ? ਸਰ ਡਾਕਟਰਸ ਕਹਿੰਦੇ ਆ ਵੀ ਸਾਨੂੰ ਸਰਕਾਰ ਕੁਝ ਪ੍ਰੋਵਾਈਡ ਨਹੀਂ ਕਰਦੀ। ਉਧਰੋਂ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਸਾਡੇ ਇਸ ਟਾਈਮ 'ਤੇ ਸਿਹਤ ਮੰਤਰੀ ਨੇ ਪ੍ਰੈਜ਼ੈਂਟ ਟਾਈਮ 'ਤੇ, ਉਹ ਕਹਿੰਦੇ ਵੀ ਅਸੀਂ ਬੜਾ ਸੁਧਾਰ ਕਰਦਾ। ਤੇ ਮੈਂ ਸਿਰਫ ਇਹੀ ਦਿਖਾਉਣਾ ਚਾਹੁੰਦਾ ਵੀ ਇਹ ਬੇਬੇ ਨਾਨਕੀ ਦੇ ਨਾਮ ਦੇ ਉੱਪਰ ਹਸਪੀਟਲ ਹੈ। ਬੇਬੇ ਨਾਨਕੀ ਜਿਹੜੇ ਸਿਸਟਰ ਆਫ ਗੁਰੂ ਨਾਨਕ ਦੇਵ ਜੀ, ਉਹਨਾਂ ਨੂੰ ਲੋਕ ਇੰਨਾ ਪੂਜਦੇ ਆ ਤੇ ਇੱਥੇ ਹਾਲ ਵੇਖ ਲਓ। ਮੈਂ ਕਹਿੰਦਾ ਅਸੀਂ ਅਟੈਂਡੈਂਟ, ਸਾਨੂੰ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਖੜਾ ਕਰ ਦਿਓ, ਬਾਹਰ ਜਿੱਥੇ ਮਰਜ਼ੀ ਖੜਾ ਕਰ ਦਿਓ, ਆਪਾਂ ਖੜੇ ਰਹਾਂਗੇ ਕਿਉਂਕਿ ਵੀ ਆ ਓਕੇ, ਅਸੀਂ ਪਰਫੈਕਟਲੀ ਓਕੇ ਹਾਂ। ਲੇਕਿਨ ਜਿਹੜੇ ਮਰੀਜ਼ ਆ ਕਮ ਸੇ ਕਮ ਉਹਨਾਂ ਨੂੰ ਤੇ ਬੈੱਡ ਪ੍ਰੋਵਾਈਡ ਕਰੋ। ਸਰ ਇੱਥੇ ਇੰਨਾ ਬੁਰਾ ਹਾਲ ਆ, ਜੇ ਇੱਕ ਸਿਰਿੰਜ ਵੀ ਹੋਵੇ ਨਾ 5 ਰੁਪਏ ਦੀ ਸਿਰਿੰਜ, ਉਹ ਵੀ ਆਪਣੇ ਕੋਲੋਂ ਨਹੀਂ ਦਿੰਦੇ।
ਉਹ ਵੀ ਕਹਿੰਦੇ ਤੁਸੀਂ ਲੈ ਕੇ ਆਓ ਕੱਲ ਜਦੋਂ ਵੀ ਮਤਲਬ ਲੈ ਕੇ ਆਓ ਜੋ ਮਰਜ਼ੀ। ਹੁਣ ਅੱਜ ਉਹਨੂੰ ਫਿਰ ਦੁਬਾਰਾ ਅਲਟਰਾਸਾਊਂਡ ਲਿਖਤਾ ਜਿਹੜਾ 1500 ਰੁਪਏ ਦਾ ਅਲਟਰਾਸਾਊਂਡ ਹੋਣਾ। ਬਾਹਰ ਇਹਨਾਂ ਦੇ ਪੂਰਾ ਟਾਈ ਅਪ ਉਹਨਾਂ ਦੇ ਨਾਲ, ਠੀਕ ਹੈ ਜੀ। ਹਰ ਰੋਜ਼ ਦੂਜੇ ਦਿਨ ਤੀਜੇ ਦਿਨ ਲਿਖ ਦੇਣਾ। ਹੁਣ ਡਾਕਟਰ ਸਾਹਿਬ ਦੇ ਨਾਲ ਮੇਰੀ ਗੱਲ ਹੋਈ ਆ ਔਰ ਇੰਨਾ ਮਿਸਬਿਹੇਵ ਮੇਰੇ ਨਾਲ ਗੱਲ ਕਰ ਰਹੇ ਸੀ। ਕਿਸੇ ਉਹਨਾਂ ਦੇ ਜੂਨੀਅਰ ਨੇ ਮੇਰੇ ਨਾਲ ਗੱਲ ਕਰਵਾਈ ਹੈ। ਉਹ ਕਹਿੰਦੇ ਮੈਂ ਹੁਣੇ ਐਮਐਸ ਨਾਲ ਗੱਲ ਕਰਦੀ ਹਾਂ ਮੈਡੀਕਲ ਸੁਪਰਡੈਂਟ ਦੇ ਨਾਲ KD ਸਿੰਘ ਜੀ ਦੇ ਨਾਲ ਕਿ ਉਹਨਾਂ ਨੇ ਤੁਹਾਨੂੰ ਅੰਦਰ ਕਰਨ ਦਿੱਤਾ। ਕਹਿੰਦੀ ਹਾਊ ਡੇ ਯੂ ਟੂ ਟਾਕ ਵਿਦ ਮੀ ਲਾਈਕ, ਮਤਲਬ ਗਲਤ ਉਹ ਬੋਲਣ ਦੇ ਉੱਤੋਂ ਮੈਨੂੰ ਡਰਾ ਰਹੇ, ਥ੍ਰੈਟ ਕਰ ਰਹੇ ਕਿ ਮੈਂ ਐਮਐਸ ਨੂੰ ਕਾਲ ਕਰਦੀ ਹਾਂ ਤੁਹਾਨੂੰ ਹੁਣੇ ਆ ਕੇ ਇੱਥੋਂ ਕੱਢ ਦੂਗਾ। ਕੀ ਪ੍ਰੋਬਲਮ ਤੁਹਾਡੇ ਮਰੀਜ਼ ਨੂੰ ਜਿਹੜੀ ਸੁਣਵਾਈ ਨਹੀਂ ਕੀਤੀ ਜਾ ਰਹੀ? ਸਰ ਉਹਨਾਂ ਦੇ ਬੱਚਾ ਹੋਣ ਵਾਲਾ ਹੈ ਸਰ। ਇਹ ਜੱਚਾ ਬੱਚਾ ਵਾਰਡ ਹੀ ਆ ਇੱਥੇ, ਯਾਨੀ ਕਿ ਟੋਟਲੀ ਜਿੰਨੇ ਵੀ ਮਰੀਜ਼ ਆ ਉਹ ਸਾਰਿਆਂ ਦੇ ਬੱਚੇ ਹੀ ਪੈਦਾ ਹੋਣ ਵਾਲੇ ਆ ਇੱਥੇ ਸਰ। ਮੋਸਟਲੀ ਉਹਨਾਂ ਲੋਕਾਂ ਨੇ ਆਉਣਾ ਜਿਹੜਾ BPL ਫੈਮਲੀਜ਼ ਹੁੰਦੀਆਂ ਨੇ, ਬਿਲੋ ਪਾਵਰਟੀ ਲਾਈਨ। ਜੇ ਉਹ ਵਿਚਾਰੇ ਇੱਥੇ ਆਉਂਦੇ ਇਸੇ ਕਰਕੇ ਆਉਂਦੇ ਵੀ ਕੁਛ ਸਾਡਾ ਬਣ ਜੂਗਾ ਯਾਰ। ਇੱਥੇ ਕਿਸੇ ਨੂੰ 3 ਵੀਕ ਹੋ ਗਏ, ਕਿਸੇ ਨੂੰ 2 ਵੀਕ ਹੋ ਗਏ, ਇੱਦਾਂ ਹੀ ਚੱਲਣ ਦਿਆ। ਤੇ ਡਾਕਟਰ ਹੀ ਕਹਿੰਦਾ ਵੀ ਅੱਜ ਦੇ 2 ਨੇ, ਜੇ ਹੀ ਚਾਹੀਏ ਤਾਂ ਇੱਕ ਬੈੱਡ ਤੇ 3 ਵੀ ਕਰ ਸਕਦੇ। ਯਾਨੀ ਕਿ ਤੁਸੀਂ ਖੁਦ ਸੋਚੋ, ਹਾਂਜੀ 3/6 ਦੇ ਬੈੱਡ ਦੇ ਉੱਪਰ 3 ਪੇਸ਼ੈਂਟ ਔਰ ਤਿੰਨੇ ਪੇਸ਼ੈਂਟ ਜਿਹੜੇ ਆ ਬੱਚਾ ਹੋਣ ਵਾਲੇ ਨੇ। ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਯਾਨੀ ਕਿ ਫਿਟ ਨਹੀਂ ਹੈਗਾ। ਗੁਰਦਾਸਪੁਰ ਦੇ ਪਿੰਡ ਤੁੰਗ ਵਿੱਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਪਾਣੀ ਦੀ ਟੈਂਕੀ ਤੇ ਚੜ ਗਿਆ ਤੇ ਲੋਕੀ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਰਹੇ। ਤੇ ਫਿਰ ਪਿੰਡ ਦੇ ਲੋਕੀ ਪਾਣੀ ਵਾਲੀ ਟੈਂਕੀ ਤੇ ਚੜੇ ਤੇ ਪੀੜਿਤ ਵਿਅਕਤੀ ਨੂੰ ਥੱਲੇ ਉਤਾਰਿਆ ਗਿਆ। ਦਰਅਸਲ ਇਸ ਸ਼ਖਸ ਨੇ ਦੱਸਿਆ ਕਿ ਉਸ ਦਾ ਭਰਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਪਰੇਸ਼ਾਨ ਕਰ ਰਿਹਾ, ਜਦੋਂ ਕਿ ਉਸ ਨੂੰ ਭਰੋਸਾ ਦਿੱਤਾ ਗਿਆ ਕਿ ਕੋਈ ਉਸ ਨੂੰ ਤੰਗ ਨਹੀਂ ਕਰੇਗਾ। ਜਦੋਂ ਰਜਿਸਟਰੀ ਕਰਾਈ ਆ ਉਦੋਂ 1 ਲੱਖ ਰੁਪਏ ਵੱਧ ਦਿੱਤਾ ਸੀਗਾ, ਮਦਦ ਕੀਤੀ ਵੀ ਚਲੋ ਮੁੰਡਾ ਬਾਹਰ ਜਾਣਾ। ਇਹਨੇ ਮੁੰਡੇ ਦੇ ਆਈਲੈਟ ਤੇ ਨੰਬਰ ਘੱਟ ਆਏ, ਉਹ ਬਾਹਰ ਨਹੀਂ ਜਾ ਸਕਿਆ। ਦੁਬਾਰਾ ਫਿਰ ਆਈਲੈਟ ਹੁਣ ਦਿੱਤੀ ਹੈ, ਫਿਰ ਫਾਈਲ ਬਣੀ ਹੈ ਉਹਦੀ। ਉਹ ਲੱਖ ਰੁਪਇਆ ਜਸਬੀਰ ਸਿੰਘ ਜਿਹੜਾ ਉਹ ਸਾਨੂੰ ਕਹਿੰਦਾ ਰਿਹਾ ਵੀ ਮੇਰਾ ਸਟੈਂਡ ਕਰਾ ਦਿਓ ਇਹਦੇ ਕੋਲ, ਇਹ ਭਰਾ ਮੇਰਾ ਮੁੱਕਰ ਜਾਂਦਾ ਹੁੰਦਾ ਹੈ, ਮੁੱਕਰਨਾ ਨੇ ਇਹਦੇ ਪੈਸੇ ਨਹੀਂ ਦੇਣੇ। ਅਸੀਂ ਬਲਜੀਤ ਨੂੰ ਸਮਝਾਇਆ ਪਿਆਰ ਨਾਲ, ਇਹਨੂੰ ਕਿਹਾ ਵੀ ਚੱਲ ਤੂੰ ਪੈਸੇ 1 ਲੱਖ ਰੁਪਏ ਦਾ ਬਿਆਨਾ ਲਿਖ ਦੇ ਇਹਨਾਂ ਨੂੰ ਤੇ ਲੱਖ ਰੁਪਏ ਵਾਪਸ ਕਰ ਦੀ। ਉਹਨੇ ਬਿਆਨਾ ਲਿਖਤਾ ਇਹਨਾਂ ਨੂੰ 9 ਮਰਲੇ ਦਾ। ਹੁਣ ਉਹ ਜਸਬੀਰ ਸਿੰਘ ਜਿਹੜਾ ਵਾ ਉਹ ਬਿਆਨੇ ਦੇ ਪੈਸੇ ਇਹ ਬਲਜੀਤ ਸਿੰਘ ਦੇਣ ਨੂੰ ਤਿਆਰ ਆ, ਉਹ ਲੈਣ ਨੂੰ ਤਿਆਰ ਨਹੀਂ ਹੁੰਦਾ। ਉਹਨੇ ਉਲਟਾ ਸਗੋਂ ਕੋਰਟ 'ਚ ਕੀਤਾ ਕੇਸ ਕਰਤਾ। ਅਜੇ 21/12/2022 ਡੇਟ ਆ ਉਹਦੀ ਬਿਆਨੇ ਦੀ। ਉਹਨੇ ਕੀਤਾ ਇਹਨੂੰ ਅਗਸਤ ਵਿੱਚ ਹੀ ਉਹਨੇ ਕੇਸ ਕਰਤਾ ਕੋਰਟ 'ਚ ਤੇ ਰਿਸ਼ੀ ਕੋਰਟ ਨੇ ਕਰਾਉਣ ਦੀ ਕੋਸ਼ਿਸ਼ ਕਰਨ ਦਿਆ। ਤੇ ਉਹਦੇ ਨਾਲ ਵਿਚਾਰਾ ਇਹ ਤੱਕ ਇਸੇ ਧੱਕੇ ਕਰਕੇ ਇਹ ਫਿਰ ਬਾਰ-ਬਾਰ ਇੱਕ ਨਜਾਇਜ਼ ਦਰਖਾਸਤਾਂ ਦੇਈ ਜਾਂਦਾ ਹੈ ਤੇ ਹਰਾਸਮੈਂਟ ਕਰਨ ਜਾਂਦਾ। ਇਹ ਪਾਗਲ ਵਾਂਗੂ ਨੇ ਇਹਨੇ ਸ਼ਰਾਬ ਪੀ ਕੇ ਤੇ ਉੱਤੇ ਚੜ ਗਿਆ ਵਾ। ਪਾਕਿਸਤਾਨ ਵਿੱਚ ਘੱਟ ਗਿਣਤੀ ਦੇ ਲੋਕਾਂ ਤੇ ਹਮੇਸ਼ਾ ਅਤਿਆਚਾਰ ਹੁੰਦਾ ਹੈ ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਇਹਨਾਂ ਗੱਲਾਂ ਦਾ ਪ੍ਰਗਟਾਵਾ SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਹਨਾਂ ਕਿਹਾ ਕਿ ਮਾੜੀਆਂ ਘਟਨਾਵਾਂ ਮਨਾਂ ਦੇ ਵਿੱਚ ਰੋਸ ਪੈਦਾ ਕਰਦੀਆਂ ਹਨ ਤੇ ਪਾਕਿਸਤਾਨ ਦੀ ਸਰਕਾਰ ਨੂੰ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ। ਸਿੱਖ ਵਿਰੋਧੀ ਗਤੀਵਿਧੀਆਂ ਦੀਆਂ ਬੜੀਆਂ ਖਬਰਾਂ ਆ ਰਹੀਆਂ, ਜਿੱਥੇ ਅਫਗਾਨਿਸਤਾਨ ਦੇ ਵਿੱਚ ਪਿਛਲੇ ਦਿਨੀ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ। ਬਹੁਤ ਸਾਰੇ ਸਿੱਖ ਉੱਥੋਂ ਪਲਾਨ ਕਰਕੇ ਇੱਥੇ ਆਪਣੇ ਮੁਲਕ ਨੂੰ ਵਾਪਸ ਆ ਗਏ ਔਰ ਇਸੇ ਕੜੀ ਤਹਿਤ ਜਿਹੜਾ ਪਾਕਿਸਤਾਨ ਤੋਂ ਵਿੱਚ ਲੰਮੇ ਸਮੇਂ ਤੋਂ ਜਿਹੜੀਆਂ ਸਿੱਖ ਬੇਟੀਆਂ, ਪਹਿਲਾਂ ਇੱਕ ਬੇਟੀ ਉਹਨੂੰ ਲੈ ਗਏ ਆਪਣੇ ਚੱਕ ਕੇ, ਫਿਰ ਉਸ ਤੋਂ ਬਾਅਦ ਹੁਣ ਕੱਲ ਪਰਸੋਂ ਇੱਕ ਹੋਰ ਘਟਨਾ ਵਾਪਰ ਗਈ ਕਿ ਜਿਹੜੀ ਕੁੜੀ ਸਰਕਾਰੀ ਟੀਚਰ ਲੱਗੀ ਦੀਨਾ ਕੌਰ, ਉਹਨੂੰ ਚੱਕ ਕੇ ਤੇ ਹਾਲੇ ਤੱਕ ਕੋਈ ਥੋਹ ਪਤਾ ਵੀ ਨਹੀਂ ਦੱਸਿਆ ਤੇ ਜਾਣਕਾਰੀ ਮੁਤਾਬਕ ਉਹਦੇ ਨਾਲ ਨਿਕਾਹ ਕਰ ਲਿਆ ਗਿਆ। ਤੇ ਮੈਂ ਪਾਕਿਸਤਾਨ ਦੀ ਸਰਕਾਰ ਤੋਂ ਮੰਗ ਕਰਦਾ ਕਿ ਘੱਟ ਗਿਣਤੀ ਮਾਈਨੋਰਟੀਜ਼ ਜਿਹੜੀਆਂ ਉੱਥੇ ਰਹਿ ਰਹੀਆਂ, ਜੇ ਇਸੇ ਤਰ੍ਹਾਂ ਲਗਾਤਾਰ ਉਹਨਾਂ ਦੇ ਉੱਤੇ ਤਸ਼ੱਦਦ ਜਾਰੀ ਰਿਹਾ ਤੇ ਜੇ ਫਿਰਕੂ ਸੋਚ ਜਾਰੀ ਰਹੀ ਕਿ ਸਿੱਖ ਬੱਚੀਆਂ ਨੂੰ ਲਿਜਾ ਕੇ ਗਮਰਾਹ ਕਰਕੇ ਉਹਨਾਂ ਦੇ ਨਾਲ ਨਿਕਾਹ ਕਰਨੇ ਆ, ਤੇ ਸਿੱਖ ਕੌਮ ਦੇਰ ਸਵੇਰ ਹਰ ਇੱਕ ਚੀਜ਼ ਦਾ ਹਿਸਾਬ ਵੀ ਮੰਗਦੀ ਹੈ। ਸੋ ਮੈਂ ਉਹਨਾਂ ਨੂੰ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਇਸ ਮੁਲਕ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਅਤ ਕਰਨਾ ਤੁਹਾਡਾ ਮੁੱਢਲਾ ਫਰਜ਼ ਆ। ਸਭ ਤੋਂ ਮੰਦਭਾਗੀ ਗੱਲ ਕਿ ਉਹ ਬੇਟੀ ਦੇ ਫਾਦਰ ਨੇ ਜਾ ਕੇ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਦਰਜ ਕਰਨ ਦੀ ਮੰਗ ਕੀਤੀ ਤੇ ਉਹ ਪਰਚਾ ਦਰਜ ਮੰਗ ਕਰਨ ਦੀ ਬਜਾਏ ਉਹਨਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਰਕੇ ਰਹੋ। ਸੋ ਮੈਂ ਸਮਝਦਾ ਇਹ ਤਾਨਾਸ਼ਾਹੀ ਰਵੱਈਆ ਜਿਹੜਾ ਪਾਕਿਸਤਾਨ ਦਾ ਸਿੱਖਾਂ ਪ੍ਰਤੀ ਬਿਲਕੁਲ ਨਿੰਦਣਯੋਗ ਆ ਔਰ ਮੈਂ ਇੱਥੋਂ ਦੀ ਸਰਕਾਰ ਤੋਂ ਵੀ ਮੰਗ ਕਰਦਾ, ਭਾਰਤ ਦੀ ਸਰਕਾਰ ਤੋਂ ਵੀ ਮੰਗ ਕਰਦਾ ਤੇ
ਅਸੀਂ ਇਹਨਾਂ ਦੇ ਜਿਹੜਾ ਐਂਬੈਸਡਰ ਪਾਕਿਸਤਾਨ ਦਾ ਦਿੱਲੀ ਸਥਿਤ ਉਹਨੂੰ ਚਿੱਠੀ ਵੀ ਲਿਖ ਰਹੇ ਤੇ ਨਾਲ ਇੱਕ ਡੈਪੂਟੇਸ਼ਨ ਮਿਲੂਗਾ ਵੀ ਜਾ ਕੇ, ਤੇ ਇਹਨਾਂ ਤੋਂ ਮੰਗ ਕਰਦੇ ਵੀ ਇਹ ਕਿਉਂਕਿ ਡਿਪਲੋਮੈਟਿਕ ਤੌਰ ਦੇ ਉੱਤੇ ਪਾਕਿਸਤਾਨ ਦੀ ਸਰਕਾਰ ਨੂੰ ਤਾੜਨਾ ਕਰਨ ਕਿ ਘੱਟ ਗਿਣਤੀਆਂ ਦੇ ਨਾਲ ਜੇ ਇਹੋ ਜਿਹਾ ਰਵੱਈਆ ਰਿਹਾ ਇਹਨਾਂ ਦਾ ਤੇ ਉਹਦੇ ਨਾਲ ਫਿਰ ਉੱਥੇ ਘੱਟ ਗਿਣਤੀਆਂ ਜਿਹੜੀਆਂ ਰਹਿ ਰਹੀਆਂ ਉਹ ਕੌਮਾਂ ਆ ਉਹਨਾਂ ਦੇ ਵਿੱਚ ਇੱਕ ਡਰ ਤੇ ਭੈ ਜਿਹੜਾ ਆ ਉਹ ਫੈਲ ਜਾਊਗਾ। ਤੇ ਦੂਸਰਾ ਜਿਹੜੀ ਸਾਡੀ ਉੱਥੇ ਦੀ ਸਰਕਾਰ ਆ ਉਹ ਤੋਂ ਵੀ ਮੈਂ ਮੰਗ ਕਰਦਾ ਵੀ ਉਹ ਵੀ ਕਾਨੂੰਨ ਕਾਇਦੇ ਮੁਤਾਬਕ ਉਹਦੇ ਦੇ ਉੱਤੇ ਦਖਲਅੰਦਾਜ਼ੀ ਕਰਕੇ ਜਿਹੜੇ ਵੀ ਜਾਰਵਾਨ ਦੋਸ਼ੀ ਆ ਉਹਨਾਂ ਦੇ ਉੱਤੇ ਸਖਤ ਕਾਨੂੰਨੀ ਕਾਰਵਾਈ। ਬਲਾਚੌਰ ਦੇ ਵਿੱਚ ਸਫਾਈ ਕਰਮਚਾਰੀ ਗਟਰ ਵਿੱਚ ਗੈਸ ਚੜਨ ਦੇ ਕਾਰਨ 2 ਦੀ ਮੌਕੇ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇੱਕ ਕਰਮਚਾਰੀ ਗਟਰ ਦੀ ਸਫਾਈ ਕਰਨ ਲਈ ਉਤਰਿਆ ਤੇ ਉਸ ਨੂੰ ਗੈਸ ਚੜਨ ਨਾਲ ਬੇਹੋਸ਼ ਹੋ ਗਿਆ ਤੇ ਜਦੋਂ ਉਸ ਦਾ ਦੂਸਰਾ ਸਾਥੀ ਵੇਖਣ ਲਈ ਗਿਆ ਤਾਂ ਉਹ ਵੀ ਗਟਰ ਵਿੱਚ ਉਤਰ ਗਿਆ, ਪਰ ਉਹ ਵੀ ਜ਼ਹਿਰੀਲੀ ਗੈਸ ਦੀ ਲਪੇਟ ਵਿੱਚ ਆ ਗਿਆ ਤੇ ਕਾਫੀ ਜਹਿਦ ਤੋਂ ਬਾਅਦ ਇਹਨਾਂ ਨੂੰ ਬਾਹਰ ਕੱਢਿਆ, ਪਰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਲਾਲ ਹੈ ਉਹ ਦੱਸ ਨਹੀਂ ਪਾ ਰਿਹਾ ਜੇ ਤੁਹਾਨੂੰ ਕਿਹਨੇ ਦੱਸਿਆ ਵੀ ਤੁਹਾਡਾ ਬ੍ਰਦਰ ਇੱਕ ਬੰਗਿਆਂ ਤੋਂ ਆਏ ਉਹ ਹੈ ਜਿਹੜਾ ਹਲਾਲ ਹੈ ਸਾਡੇ ਇਹ ਚੱਕਿਆ ਟੱਕਰ ਘਟਨਾ ਕੀ ਹੈ ਸਰ? ਘਟਨਾ ਇਹ ਹੋਈ ਕਿ ਸੀਵਰੇਜ ਚੌਕ ਸੀ ਜਿੱਦਾਂ ਸਾਨੂੰ ਇਨਫੋਰਮੇਸ਼ਨ ਆ ਤੇ ਉਹ ਇੱਕ ਮੁੰਡਾ ਉਤਰਿਆ ਤੇ ਅੰਦਰ ਉਹਦੇ ਗੈਸ ਚੜ ਗਈ, ਉਹ ਵਿੱਚ ਡਿੱਗ ਪਿਆ ਤੇ ਉਹਦੇ ਨਾਲ ਹੀ ਇੱਕ ਦੂਜਾ ਮੁੰਡਾ ਉਹਨੂੰ ਬਚਾਉਣ ਲਈ ਜਿਹੜਾ ਕਿ ਸੀਵਰੇਜ ਤੇ ਲੱਗੇ ਹੋ ਆ ਤੇ ਉਹ ਵੀ ਬੜਾ ਮੰਦਭਾਗਾ ਕਿ ਉਹ ਗੈਸ ਐਨੀ ਸੀ ਕਿ ਦੋਨੋਂ ਜਿਹੜੇ ਵਿਕਟਮਸ ਹੈ ਉਹ ਵਿੱਚ ਡਿੱਗ ਪਏ ਤੇ ਉਹਨਾਂ ਨੂੰ ਡੁੱਬਿਆਂ ਨੂੰ ਕਾਫੀ ਟਾਈਮ ਹੋ ਗਿਆ ਤੇ ਪਰਮਾਤਮਾ ਕਰੇ ਉਹ ਬਚ ਗਿਆ। ਬਟ ਐਦਾਂ ਦੀ ਕੋਈ ਉਮੀਦ ਨਹੀਂ ਰੱਖਦੀ, ਨਾ ਸਾਡੇ ਕੋਲ ਸੰਸਾਧਨ ਐਦਾਂ ਦੇ ਆ ਗਿਆ, ਨਾ ਸਾਡੇ ਕੋਲ ਗੈਸ ਆ ਆਕਸੀਜਨ ਦਾ ਇੱਕ ਸਿਲੰਡਰ ਹੋਵੇ ਜਿਹਦੇ ਨਾਲ ਅਸੀਂ ਉਤਰ ਕੇ ਇਹ ਥੱਲੇ ਚਲੇ ਆਈਏ ਤੇ ਇਹ ਸਾਡੇ ਲਈ ਬੜਾ ਮੰਦਭਾਗਾ। ਕਿੰਨਾ ਟਾਈਮ ਹੋ ਗਿਆ ਜੀ ਇਹ 2 ਮੁੰਡਿਆਂ ਨੂੰ ਗਿਆ ਨੂੰ ਅੰਦਰ? ਸਾਨੂੰ 12:05 ਮਿੰਟ ਦਾ ਹੋਇਆ ਵਾ ਜੀ। ਇਹਨਾਂ ਦੀ ਦੁਕਾਨ ਇਹ ਬਿਲਕੁਲ ਨਾਲ ਹੈ ਜੀ। ਨਹੀਂ 12:05 ਮਿੰਟ ਦੇ ਢੱਕਣ ਚੱਕਿਆ ਜੀ। ਮੈਂ ਆ ਦੁਕਾਨ ਦਾ ਸ਼ਟਰ ਬੰਦ ਕਰਕੇ ਇਹ ਦੁਕਾਨ ਇਹਨਾਂ ਦੇ ਮਾਲਕ ਹੈ ਜੀ ਦੁਕਾਨ ਤੇ ਹੁਣ ਕੋਈ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਤੁਹਾਨੂੰ ਦਿਸ ਰਹੀ ਹੈ? ਕੋਈ ਐਮਰਜੈਂਸੀ ਉਹਨਾਂ ਨੇ ਕਿਹਾ ਕਿ ਜੇਸੀਬੀ ਲਿਆਉਣੀ ਆ। ਜੇਸੀਬੀ ਜਿਹੜਾ ਇਹਦਾ ਹੱਲ ਨਹੀਂ ਹੈ ਕਿਉਂਕਿ ਉਹ ਪੂਰਾ ਪੱਟਣਾ ਪਊਗਾ ਜੀ। ਕਿੰਨੇ ਟਾਈਮ ਬਾਅਦ ਹੋਈ ਹੈ ਜੀ ਇਹ ਜੇਸੀਬੀ? 5 ਮਿੰਟ ਪਹਿਲਾਂ ਹੀ ਆਏ ਆ। ਹੁਣ ਤੁਸੀਂ ਟਾਈਮ ਆਮ ਆਦਮੀ ਪਾਰਟੀ ਨਜਾਇਜ਼ ਫੜੋਫੜੀ ਕਰਕੇ ਲੋਕਾਂ ਵਿਚਕਾਰ ਵਕਾਰ ਬਣਾਉਣਾ ਚਾਹੁੰਦੀ ਹੈ, ਪਰ ਆਪ ਦੀ ਸਰਕਾਰ ਕਾਨੂੰਨ ਦੀ ਪ੍ਰਕਿਰਿਆ ਤੋਂ ਬਾਹਰ ਜਾ ਕੇ ਸਾਬਕਾ ਮੰਤਰੀਆਂ ਨੂੰ ਫੜ ਇਹਨਾਂ ਗੱਲਾਂ ਦਾ ਪ੍ਰਗਟਾਵਾ ਰਾਜਾ ਵੜਿੰਗ ਨੇ ਕੀਤਾ। ਉਹਨਾਂ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਨੂੰ ਬਿਨਾਂ ਨੋਟਿਸ ਦਿੱਤਾ ਗ੍ਰਿਫਤਾਰ ਕੀਤਾ ਗਿਆ ਹੈ। ਵਾਰ-ਵਾਰ ਇਹ ਗੱਲ ਕੀਤੀ ਜਾ ਰਹੀ ਸੀ ਕਿ ਕਾਂਗਰਸੀ ਭੱਜ ਗਿਆ, ਫਲਾਂ ਹੋ ਗਿਆ। ਹਾਂਜੀ, ਸੋ ਫਿਰ ਸਾਰਿਆਂ ਨੇ ਫੈਸਲਾ ਕੀਤਾ ਕਿ ਆਪਾਂ ਵਿਜੀਲੈਂਸ ਦੇ ਦਫ਼ਤਰ ਚੱਲਦੇ ਹਾਂ। ਜਿਸ ਵਿਅਕਤੀ ਦੀ ਜ਼ਰੂਰਤ ਹੈ ਵਿਜੀਲੈਂਸ ਨੂੰ, ਉਹ ਵਿਜੀਲੈਂਸ ਸਾਨੂੰ ਦੱਸੇ, ਅਸੀਂ ਉਹਨਾਂ ਨੂੰ ਉਸ ਵਿਅਕਤੀ ਨੂੰ ਪੇਸ਼ ਕਰ ਦਿਆਂਗੇ। ਠੀਕ ਹੈ ਜੀ। ਸੋ ਦੈਟ ਵਾਸ ਨਾਟ ਅ ਪ੍ਰੋਟੈਸਟ। ਠੀਕ ਹੈ ਜੀ। ਉਹ ਅਸੀਂ ਇਹ ਕਹਿਣ ਗਏ ਸੀ ਵੀ ਪ੍ਰਕਿਰਿਆ ਫੋਲੋ ਕਰੋ। ਜੇ ਤੁਹਾਨੂੰ ਭਾਰਤ ਭੂਸ਼ਣ ਆਸ਼ੂ ਜੀ ਚਾਹੀਦੇ ਆ ਤੇ ਭਾਰਤ ਭੂਸ਼ਣ ਆਸ਼ੂ ਜੀ ਕੋਈ ਭੱਜੇ ਨਹੀਂ ਆ, ਖੜੇ ਆ, ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਓ। ਝੋਲਾ ਲੈ ਕੇ ਆਏ ਆ। ਠੀਕ ਹੈ ਜੀ। ਉਹਨਾਂ ਨੇ ਉੱਥੇ ਗ੍ਰਿਫਤਾਰ ਨਹੀਂ ਕੀਤਾ, ਇੱਥੇ ਗ੍ਰਿਫਤਾਰ ਕੀਤਾ। ਜੋ ਸਾਨੂੰ ਹਮੇਸ਼ਾ ਅਸੀਂ ਗੱਲ ਕਹਿੰਦੇ ਆ ਕਿ ਤੁਸੀਂ ਜਾਣ ਬੁੱਝ ਕੇ ਲੋਕਾਂ 'ਚ ਛਵੀ ਬਣਾਉਣਾ ਚਾਹੁੰਦੇ ਹੋ ਕਿ ਅਸੀਂ ਫਲਾਂ ਬੰਦੇ ਨੂੰ ਫਲਾਨੀ ਜਗ੍ਹਾ ਤੋਂ ਗ੍ਰਿਫਤਾਰ ਕਰ ਲਿਆ। ਬਾਲ ਕਟਾ ਰਹੇ ਸੀ, ਉੱਥੋਂ ਚੱਲ ਕੇ ਆਏ ਹੈ, ਤੁਸੀਂ ਉੱਥੇ ਗ੍ਰਿਫਤਾਰ ਕਰ ਲੈਂਦੇ। ਇੱਥੇ ਗ੍ਰਿਫਤਾਰੀ ਦਾ ਕਾਹਤੋਂ ਡਰਾਮਾ ਕੀਤਾ? ਜੇ ਤੁਸੀਂ ਅਸੀਂ ਆਪ ਹੀ ਤੁਹਾਨੂੰ ਫੜਾਉਣ ਗਏ ਸੀ, ਬੰਦਾ ਟੈਲੀਫੋਨ ਕਰ ਦਿੰਦੇ। ਔਰ ਜਿਹੜਾ ਪ੍ਰਕਿਰਿਆ ਵੀ ਹੈ, ਮੇਰੀ ਬੇਨਤੀ ਹੈ, ਆਮ ਆਦਮੀ ਪਾਰਟੀ ਇਲਜ਼ਾਮ ਲਾਉਂਦੀ ਹੈ ਕਿ ਸਸੋਡੀਆ ਸਾਹਿਬ ਦੇ CBI ਦੀ ਰੇਡ ਹੋ ਗਈ। CBI ਨੇ FIR ਦਰਜ ਕੀਤੀ, ਇਹਨਾਂ ਨੇ ਤੇ ਕਿਸੇ ਨੂੰ ਅੱਜ ਤੱਕ ਡਿਸਕਲੋਜ਼ ਨਹੀਂ ਨਾ ਕੀਤਾ ਇਹ FIR ਕੀਤੀ ਹੈ, ਕਿਉਂਕਿ ਇਹ ਆਲਰੇਡੀ ਮਨ ਬਣਾਇਆ ਹੈ ਜੋ ਇਹਨਾਂ ਦਾ ਵਿਜੀਲੈਂਸ ਦਾ। ਪਹਿਲਾ ਬੰਦਾ ਫੜਦੇ ਹੈ, ਫਿਰ ਉਹਨੂੰ ਨਾਮਜ਼ਦ ਕਰਦੇ ਹੈ ਤਾਂ ਜੋ ਉਹਨੂੰ ਪਤਾ ਹੀ ਨਾ ਲੱਗੇ। ਨਹੀਂ ਤਾਂ FIR ਦਾ ਹੁੰਦਾ ਹੈ, ਫਿਰ ਬੰਦਾ ਐਂਟੀਸਪੇਟਰੀ ਤੇ ਬੰਦਾ ਜਾ ਸਕਦਾ ਹੈ। ਕੱਲ ਨੂੰ ਵਿਜੀਲੈਂਸ ਤੁਹਾਡਾ CBI ਨੇ ਪਹਿਲਾਂ FIR ਦਿੱਤੀ, ਫਿਰ ਸਰਚ ਕੀਤੀ। ਸਸੋਡੀਆ ਸਾਹਿਬ ਆਰਾਮ ਨਾਲ ਸਰਚ ਦੇ ਵਿੱਚ ਬੈਠੇ ਹੈ, ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਸੰਮਨ ਜਾਰੀ ਹੋਣਗੇ, ਜਾਣਗੇ, ਪੁੱਛ ਪੜਤਾਲ ਹੋਊਗੀ, ਹਰ ਚੀਜ਼ ਦਾ ਜਵਾਬ ਹੋਏਗਾ। ਜੇ ਸੈਟੀਸਫਾਈਡ ਨਾ ਹੋਏ ਤਾਂ ਫਿਰ ਤੁਸੀਂ ਫੜ ਸਕਦੇ ਹੋ। ਹੋਣਾ ਇਹ ਚਾਹੀਦਾ ਸੀ ਕਿ ਆਸ਼ੂ ਜੀ ਨੂੰ ਸੰਮਨ ਜਾਰੀ ਕੀਤੇ ਜਾਂਦੇ ਕਿ ਫਲਾਂ ਵਿਅਕਤੀ ਨੇ ਤੁਹਾਡੇ ਖਿਲਾਫ ਬਿਆਨ ਦਿੱਤਾ ਹੈ, ਤੁਹਾਡੇ PA ਦੇ ਖਿਲਾਫ ਦਿੱਤਾ, ਤੁਹਾਡੀ ਇਹਦੇ ਤੇ ਕੀ ਪ੍ਰਕਿਰਿਆ, ਇੰਨੀ ਤਰੀਕ ਨੂੰ ਆਓ ਤੇ ਸਾਨੂੰ ਦੱਸੋ। ਉਹ ਆਪਦਾ ਪੱਖ ਰੱਖਦੇ।
ਫਿਰ ਵਿਜੀਲੈਂਸ ਤੇ ਉਹਨਾਂ ਦਾ ਆਪਦਾ ਪੱਖ ਹੁੰਦਾ, ਆਮਣੇ ਸਾਹਮਣੇ ਬੈਠਦੇ ਤੇ ਫਿਰ ਅਗਰ ਵਿਜੀਲੈਂਸ ਸੈਟੀਸਫਾਈਡ ਨਾ ਹੁੰਦੀ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ, ਕਿਉਂਕਿ ਉਹ ਭੱਜੇ ਤਾਂ ਹੈ ਹੀ ਨਹੀਂ ਸੀ। ਕਹਿੰਦੇ ਹਨ ਜਨੂਨ ਹੋਵੇ ਤਾਂ ਮੰਜ਼ਿਲ ਜ਼ਰੂਰ ਹਾਸਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਦਾ ਜਨੂਨ ਗੁਰਦਾਸਪੁਰ ਦੇ ਪਿੰਡ ਠੀਕਰੀਵਾਲ ਦੇ ਇਸ 19 ਸਾਲਾ ਨੌਜਵਾਨ ਜ਼ੋਰਾਵਰ ਸਿੰਘ ਵਿੱਚ ਹੈ, ਜੋ ਕਿ ਪਲੰਬਰ ਦਾ ਕੰਮ ਕਰਦਾ ਹੈ ਤੇ ਗਾਇਕੀ ਨਾਲ ਪਿਆਰ ਵੀ ਕਰਦਾ ਹੈ। 10 ਸਾਲ ਦੀ ਉਮਰ ਵਿੱਚ ਗਾਇਕੀ ਦੇ ਸਮੁੰਦਰ ਵਿੱਚ ਛਲਾਂਗ ਲਾਉਂਦਾ ਹੈ ਤੇ ਇਸ ਰਾਹ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਪਰਿਵਾਰ ਵਿੱਚ ਬਾਪ ਅਤੇ ਦੋਵੇਂ ਭਰਾ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਦੇ ਹਨ, ਪਰ ਪਹਿਲਾਂ ਗਾਇਕੀ ਦਾ ਉਸਤਾਦ ਜ਼ੋਰਾਵਰ ਦਾ ਪਿਤਾ ਹੀ ਹੈ, ਜਿਸ ਨੂੰ ਦੇਖ ਗਾਇਕੀ ਦਾ ਸਫ਼ਰ ਸ਼ੁਰੂ ਕੀਤਾ। ਮੈਂ ਕਾਗਜ਼ ਦੀ ਬੇਦੀ ਰੱਬਾ, ਤੂੰ ਮੈਨੂੰ ਭਾਰੀ ਲਗਾਇਆ, ਹਾਂ ਸ਼ੁਕਰ ਕਰਾਂ ਮੈਂ ਤੇਰਾ ਹਰਦਮ, ਮੈਂ ਮੰਗਿਆ ਜੋ ਪਾਇਆ। ਸ਼ੌਂਕ ਮੈਨੂੰ 10 ਸਾਲ ਤੋਂ ਹੀ, ਤੇ ਡੈਡੀ ਹੁਣੀ ਸਾਰੇ ਪਰਿਵਾਰ ਮਤਲਬ ਕੀਰਤਨ, ਡੈਡੀ ਹੁਣੀ ਭਰਾ ਹੁਣੀ ਕੀਰਤਨ ਕਰਦੇ ਸੀ ਤੇ ਡੈਡੀ ਹੁਣੀ ਕੇਸਰੀ ਕਰਦੇ ਸੀ ਤੇ ਉਹਨਾਂ ਨਾਲ ਮਤਲਬ ਗਾਉਂਦੇ ਹੁੰਦੇ ਸੀ ਘਰੇ, ਤੇ ਉਹਨਾਂ ਨਾਲ ਗਾਉਣਾ ਕਈ ਵਾਰੀ, ਤੇ ਉਹ ਤੋਂ ਫਿਰ ਆਦਤ ਪੈਂਦੀ ਰਹੀ ਤੇ ਮੁੜ ਕੇ ਇਹਨਾਂ ਦਾ ਥੋੜ੍ਹਾ ਧਾਰਮਿਕ, ਮੈਨੂੰ ਸਿੰਗਿੰਗ ਦਾ ਸ਼ੌਂਕ ਸੀ, ਸਿੰਗਿੰਗ ਮਤਲਬ ਕਰੀ ਦੀ। ਹੁਣ ਉਸਤਾਦ ਆਪਣੇ ਕਾਦੀਆਂ ਦੇ ਸਨੀ ਭਾਜੀ ਉਹਨਾਂ ਕੋਲ ਜਾਈਦਾ ਵਾ ਤੇ ਨਾਲ ਰਿਆਜ਼ ਵੀ ਕਰੀਦਾ ਵਾ ਜਦੋਂ ਟਾਈਮ ਮਿਲ ਜੇ, ਸ਼ਾਮ ਦਾ ਵੀ, ਤੇ ਪਲੰਬਰ ਦਾ ਕੰਮ ਵੀ ਕਰੀਦਾ ਆਪ ਹੀ, ਤੇ ਆਪ ਵੀ ਮਤਲਬ ਕੰਮ ਤੋਂ ਆਣ ਕੇ ਕਈ ਵਾਰੀ ਸ਼ਾਮ ਨੂੰ ਵੀ ਕਰ ਲਈਦੀ, ਸਵੇਰ ਨੂੰ ਵੀ ਕਰ ਲਈਦਾ ਰਿਆਜ਼। ਤੇ ਬਾਕੀ ਜਿੱਥੇ ਵੀ ਮੇਲੇ ਮਾਲੇ ਹੋਣ ਤੇ ਉੱਤੋਂ ਫੋਟੋਆਂ ਵੇਖ ਲੈਂਦੇ ਆ ਇੰਸਟਾ 'ਤੇ, ਜਿਨ੍ਹਾਂ ਨੇ ਵੀ ਮੇਲਿਆਂ ਦੀ ਪਾਈ ਹੋਣ, ਤੇ ਉਹਨਾਂ ਨੂੰ ਮੇਲੇ 'ਤੇ ਜਾ ਕੇ ਤੇ ਗੱਲਬਾਤ ਕਰੀਦੀ ਕਮੇਟੀਆਂ ਨਾਲ, ਤੇ ਫਿਰ ਉਹ ਟਾਈਮ ਦੇ ਦਿੰਦੇ ਅੱਗੇ। ਤੇਰੇ ਬਿਨਾ ਕੋਈ ਨਾ, ਤੇਰੇ ਬਿਨਾ ਕੋਈ ਨਾ, ਸਹਾਰਾ ਬਾਬਾ ਨਾਨਕਾ, ਤੇਰੇ ਬਿਨਾ ਕੋਈ ਨਾ, ਸਹਾਰਾ ਬਾਬਾ ਨਾਨਕਾ, ਹਾਂ ਡੁੱਬਦਿਆਂ ਨੂੰ ਦਈ ਤੂੰ, ਹਾਂ ਡੁੱਬਦਿਆਂ ਨੂੰ ਦਈ ਤੂੰ, ਕਿਨਾਰਾ ਬਾਬਾ ਨਾਨਕਾ, ਤੇਰੇ ਬਿਨਾ ਕੋਈ ਨਾ, ਸਹਾਰਾ ਬਾਬਾ ਨਾਨਕਾ, ਤੇਰੇ ਬਿਨਾ ਕੋਈ ਨਾ। ਹੋ ਮਹਾਰਾਜ ਕਿਰਪਾ ਕਰੇ ਇੱਥੇ, ਇਹਦੀ ਆਸ ਮੁਰਾਦ ਪੂਰੀ ਕਰੇ, ਤੇ ਦੂਜੇ ਬੱਚੇ ਸੁਖਣਾ ਕੀਰਤਨ ਕਰਦੇ ਆ, ਆਪਣੀ ਬਾਣੀ ਪੜ੍ਹਦੇ ਆ, ਪਿਤਾ ਇਹਨਾਂ ਦਾ ਬਾਣੀ ਪੜ੍ਹਦਾ, ਗ੍ਰੰਥੀ ਡਿਊਟੀ ਕਰਦਾ, ਕੀਰਤਨ ਕਰਦੇ ਆ, ਤੇ ਇਹ ਬੱਚੇ 'ਤੇ ਵੀ ਮਿਹਰ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਕਰੇ। ਹੁਣ ਇਹਦੀ ਰੀਝ ਪ੍ਰੀਤ ਦੇ ਨਾਲ ਆਪਣੀ ਰੀਝ ਪੂਰੀ ਕਰੇ। ਹੋ ਮਾਂ ਮਰੇ ਤਾਂ ਪੇਕੇ ਮੁਕਦੇ, ਤੇ ਪਿਓ ਮਰੇ ਕਰ ਵੇਲਾ। ਜ਼ੋਰਾਵਰ ਸਿੰਘ ਜੀ ਮਤਲਬ ਸ਼ੁਰੂ ਤੋਂ ਹੀ ਬਹੁਤ ਮਿਹਨਤ ਕਰਦਾ ਰਿਹਾ ਤੇ ਹੁਣ ਵੀ ਕਰਦਾ ਆ ਤੇ ਅੱਗੇ ਵੀ ਕਰਦਾ ਰਹੂਗਾ, ਤੇ ਅਸੀਂ ਵੀ ਉਹਦੀ ਸਪੋਰਟ 'ਚ ਖੜ੍ਹੇ ਹਾਂ। ਹੁਣ ਤੱਕ ਮਤਲਬ ਸਪੋਰਟ ਕਰਦੇ ਆਏ ਹਾਂ ਤੇ ਅੱਗੇ ਵੀ ਕਰਦੇ ਰਹਾਂਗੇ। ਤੇ ਥੋੜ੍ਹੇ ਬਹੁਤੇ ਮਤਲਬ ਸੌਂਗ ਲਿਖ ਲੈਂਦਾ ਮੈਂ, ਤੇ ਮੇਰਾ ਸ਼ੌਂਕ ਹੀ ਹੈ ਮਤਲਬ ਗਾਣੇ ਲਿਖਣਾ, ਤੇ ਉਹਦਾ ਸ਼ੌਂਕ ਆ, ਮਤਲਬ ਸ਼ੌਂਕ ਨੂੰ ਪੈਸ਼ਨ ਬਣਾਉਣਾ ਚਾਹੁੰਦਾ, ਤੇ ਜਿੰਨੀ ਵੀ ਮੈਂ ਮਤਲਬ ਸਪੋਰਟ ਕਰ ਸਕਦਾ ਤੇ ਕਰੂੰਗਾ, ਤੇ ਅੱਗੇ ਤੁਸੀਂ ਵੀ ਸਾਰੇ ਜਣੇ ਸਪੋਰਟ ਕਰਿਓ, ਇਹੀ ਕਹਾਂਗਾ। ਹੋ ਸ਼ਾਲਾ ਮਰਨ ਨਾ ਵੀਰ ਕਿਸੇ ਦੇ, ਤੇ ਸਭ ਉਜੜ ਜਾਂਦਾ ਜੇ ਮੇਲਾ। ਫਿਰੋਜ਼ਪੁਰ ਦੇ ਪਿੰਡ ਘੁੱਦੂਵਾਲ ਦੇ ਰਹਿਣ ਵਾਲੇ ਫੌਜੀ ਅੰਗਰੇਜ਼ ਸਿੰਘ ਨੇ ਆਪਣੀ ਰਿਸ਼ਤੇ ਵਿੱਚ ਰਹਿੰਦੀ ਕੁੜੀ ਮਨਜੀਤ ਕੌਰ ਵਾਸੀ ਬੱਠੇ ਭੈਣੀ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸੰਬੰਧ ਬਣਾ ਕੇ ਉਸ ਨੂੰ ਗਰਭਵਤੀ ਕਰ ਦਿੱਤਾ ਤੇ ਹੁਣ ਉਸ ਨੂੰ ਇੱਕ ਬੱਚੇ ਨੂੰ ਜਨਮ ਦੇ ਦਿੱਤਾ। ਪਰ ਫੌਜੀ ਅੰਗਰੇਜ਼ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ, ਜਿਸ ਨੂੰ ਰੋਕਣ ਲਈ ਕੱਲ ਜਥੇਬੰਦੀਆਂ ਨੇ ਥਾਣੇ ਦਾ ਘਿਰਾਓ ਕੀਤਾ। ਉਕਤ ਫੌਜੀ ਖਿਲਾਫ ਧਾਰਾ 420 ਤਹਿਤ ਮਾਮਲਾ ਦਰਜ ਕਰ ਲਿਆ ਗਿਆ, ਪਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਸ ਖਿਲਾਫ ਧਾਰਾ 376 ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਹਾਂਜੀ, ਕੀ ਨਾਮ ਤੁਹਾਡਾ? ਮਨਜੀਤ ਕੌਰ। ਕੀ ਮਾਮਲਾ ਜਿਹੜਾ ਅੱਜ ਦਾ ਇੱਥੇ ਡੀਐਸਪੀ ਸਾਹਿਬ ਧਰਨਾ ਲਾਇਆ? ਸਰ ਜੀ ਮੇਰੇ ਨਾਲ ਰੇਪ ਕੀਤਾ ਗਿਆ। ਕਿਹਦੇ ਵੱਲੋਂ ਕੀਤਾ ਗਿਆ?
ਦੂਜਾ ਫੌਜੀ ਅੰਗਰੇਜ਼ ਸਿੰਘ ਕੁੱਦੂ ਵਾਲੇ ਦੇ। ਕੀ ਤੁਹਾਡੀ ਰਿਸ਼ਤੇਦਾਰੀ ਉਹਨਾਂ ਨਾਲ ਕੋਈ? ਹਾਂਜੀ। ਕੀ ਰਿਸ਼ਤੇਦਾਰੀ? ਭੂਆ ਦਾ ਬੇਟਾ। ਕੀ ਕਹਿੰਦਾ ਰਿਹਾ ਤੁਹਾਨੂੰ? ਮੈਨੂੰ ਵਿਆਹ ਦਾ ਝਾਂਸਾ ਦਿੰਦਾ ਰਿਹਾ ਸਰ ਜੀ। ਕਿੰਨੇ ਚਿਰ ਤੋਂ? 1 ਸਾਲ ਤੋਂ। ਕੋਈ ਬੱਚਾ ਵੀ ਹੈਗਾ ਹਾਂਜੀ ਤੁਹਾਡਾ? ਹਾਂਜੀ 1 ਸਾਲ ਦਾ ਬੇਟਾ। ਕਿ ਉਹ ਫੌਜੀ ਦਾ ਹੀ ਬੱਚਾ? ਹਾਂਜੀ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਹਾਂ ਵੀ ਇਨਸਾਫ ਦਿੱਤਾ ਜਾਵੇ ਉਹਨੂੰ। ਜਿਹਨੂੰ ਫੌਜੀ ਨੇ ਇਹਨੂੰ ਅੰਦਰ ਝੱਦ ਦਿੱਤਾ ਵੀ ਮੈਂ ਵਿਆਹ ਕਰਾਊਂਗਾ ਤੇ ਬੱਚਾ ਹੋਣ ਵਾਲਾ ਹੋ ਗਿਆ। ਮੁੜ ਕੇ ਉਹਨੇ ਫੇਰ ਨਹੀਂ ਵਿਆਹ ਨਹੀਂ ਕਰਾਇਆ, ਵਿਆਹ ਉਹਨੇ ਕਰਾ ਲਿਆ ਹੋਰ ਪਾਸੇ। ਕੋਈ ਤੁਹਾਡਾ ਰਿਸ਼ਤੇਦਾਰ ਸੀ? ਹਾਂਜੀ ਸਰ, ਮੇਰੀ ਨਨਾਣ ਦਾ ਬੇਟਾ ਸੀ। ਸਾਡੇ ਜੀ ਆ 2-3 ਕੇਸ ਆ ਤੇ ਪੁਲਿਸ ਨੇ ਖਾਕੀ ਵਰਦੀ ਨੂੰ ਤਾਰ-ਤਾਰ ਕੀਤਾ। ਇੱਕ ਆ ਬੱਠੇ ਭੈਣੀ ਦੀ ਲੜਕੀ ਆ, ਇਹਦੇ ਨਾਲ ਇੱਕ ਇਹਦੇ ਰਿਸ਼ਤੇਦਾਰ ਫੌਜੀ ਨੇ ਵਿਆਹ ਦਾ ਝਾਂਸਾ ਦੇ ਕੇ ਇਹਦੇ ਨਾਲ ਰੇਪ ਕੀਤਾ। ਇਹਦਾ ਘਰ ਬੱਚਾ ਹੋ ਗਿਆ। ਉਹ ਫੌਜੀ ਨੇ ਨਵੇਂ ਥਾਂ ਵਿਆਹ ਕਰਾ ਲਿਆ। ਇਹ ਸਾਲ 1.5 ਸਾਲ ਤੋਂ ਵਿਚਾਰੀ ਪੁਲਿਸ ਦੇ ਧੱਕੇ ਖਾ ਰਹੀ ਆ। ਇਹਨੇ ਐਪਲੀਕੇਸ਼ਨ ਦਿੱਤੀ, ਇਹਦੀ ਸੁਣਵਾਈ ਨਹੀਂ ਹੋਈ। ਹੁਣ ਜਨਤਕ ਜਥੇਬੰਦੀਆਂ ਕੋਲ ਆਈ ਆ ਤੇ ਇਹਨਾਂ ਨੇ ਧਰਨਾ ਲਾਇਆ ਵੀ ਇਹਨੂੰ ਬਣਦੀਆਂ ਧਾਰਾਵਾਂ ਤਹਿਤ ਦੋਸ਼ੀ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਾਵੇ ਤੇ ਫੌਜੀ ਨੂੰ ਅਰੈਸਟ ਕੀਤਾ ਜਾਵੇ। ਭਾਰਤ ਭੂਸ਼ਣ ਆਸ਼ੂ ਨੂੰ ਗਲਤ ਫਸਾਇਆ ਜਾ ਰਿਹਾ ਹੈ ਕਿਉਂਕਿ ਹੁਣ ਆਪ ਰੰਜਿਸ਼ ਤਹਿਤ ਕੰਮ ਕਰ ਰਹੀ ਇਹਨਾਂ ਗੱਲਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਕੀਤਾ। ਉਹਨੇ ਕਿਹਾ ਕਿ ਪ੍ਰਤਾਪ ਬਾਜਵਾ ਸਾਰਿਆਂ ਦੇ ਸੀਨੀਅਰ ਨੇਤਾ ਹਨ ਤੇ ਅਸੀਂ ਉਹਨਾਂ ਦੀ ਰਹਿਨੁਮਾਈ ਥੱਲੇ ਹੀ ਕੰਮ ਕਰਦੇ ਹਾਂ। ਰਵਨੀਤ ਬਿੱਟੂ ਨੇ ਕਿਹਾ ਕਿ ਭਾਰਤ ਭੂਸ਼ਣ ਤੇ ਕੋਈ ਕੇਸ ਨਹੀਂ ਬਣਦਾ, ਇਹ ਸਭ ਆਪ ਦਾ ਡਰਾਮਾ ਹੈ ਤਾਂ ਜੋ ਲੋਕਾਂ ਨੂੰ ਇਹ ਦਿਖਾਇਆ ਜਾ ਸਕੇ ਕਿ ਆਪ ਭ੍ਰਿਸ਼ਟਾਚਾਰ ਦੇ ਖਿਲਾਫ ਕੰਮ ਕਰ ਰਹੀ ਹੈ। ਇਸ ਵੇਲੇ ਤਾਂ ਉਹ ਕਾਨੂੰਨ ਦੇ ਉਹ ਚ ਦਾਇਰੇ ਚਲੇ ਗਏ। ਹੁਣ ਇਸ ਵੇਲੇ ਅੱਜ ਉਹਨਾਂ ਨੂੰ ਕੋਰਟ 'ਚ ਲੈ ਕੇ ਜਾਣਗੇ। ਕੋਰਟ ਤੋਂ ਬਾਅਦ ਜਿੰਨੀ ਵੀ ਉਹਨਾਂ ਦੀ ਵਿਜੀਲੈਂਸ ਆ ਉਹਨਾਂ ਦੇ ਲਈ ਆਪਣੀ ਟਾਈਮ ਮੰਗੇਗੀ। ਜੱਜ ਸਾਹਿਬ ਆਪਣਾ ਦੇਖ ਕੇ ਜਿੰਨੀ ਲੋੜ ਹੋਗੀ ਉਹ ਇਹਨਾਂ ਨੂੰ ਟਾਈਮ ਦੇਣਗੇ ਪਹਿਲਾਂ। ਪਰ ਗੱਲ ਸਿਰਫ ਇੰਨੀ ਸੀ, ਆਹੀ ਕੁਛ ਸੀ ਨਾ। ਜੇ ਉਹਨਾਂ ਨੂੰ ਤੁਸੀਂ ਘਰੋਂ ਸੰਮਨ ਦੇ ਕੇ ਜਾਂ ਅਸੀਂ ਕੱਲ ਤੁਹਾਨੂੰ ਆਪ ਉਹਨਾਂ ਨੂੰ ਲੈ ਕੇ ਗਏ ਆ 16 ਤਰੀਕ ਦੀ ਤੁਸੀਂ FIR ਦਰਜ ਕੀਤੀ ਹੋਈ ਆ ਤੇ ਫਿਰ ਉਹਨੂੰ ਤੁਸੀਂ ਲੁਕੋ ਕੇ ਰੱਖਿਆ ਹੋਇਆ ਸਿਰਫ ਇਸੇ ਕਰਕੇ ਦਿਖਾਉਣਾ ਸੀ ਵੀ ਅਸੀਂ ਚੱਕ ਲਿਆਂਦਾ, ਘੜੀਸ ਲਿਆਂਦਾ, 3 ਵਜੇ ਬੱਚਿਆਂ ਨਾਲ ਸੁੱਤੇ ਪਏ ਅਸੀਂ ਬੈੱਡ ਤੋਂ ਚੱਕ ਲਿਆਂਦਾ। ਉਹ ਇਸ ਗੱਲ ਨੂੰ ਅਸੀਂ ਤਾਂ ਸਿਰਫ ਕਹਿੰਦੇ ਸੀ। ਉਹ ਮੀਡੀਆ ਨੇ ਬੜੀ ਸਾਡੀ ਮਦਦ ਵੀ ਕੀਤੀ ਹੈ ਇਸ ਕੰਮ ਦੇ ਵਿੱਚ। ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵੀ ਕੱਲ ਉਹ ਅਸੀਂ ਆਪ ਆ ਕੇ ਵਿਜੀਲੈਂਸ ਵੀ ਨਾਲ ਸੀ। ਜਦੋਂ ਪਹਿਲਾਂ ਤਾਂ ਪਤਾ ਨਹੀਂ ਸੀ ਵੀ ਕੌਣ ਨੇ, ਪਰ ਜਦੋਂ ਅਸੀਂ ਵਿਜੀਲੈਂਸ ਦਫ਼ਤਰ ਆ ਗਏ ਤੇ SSP ਸਾਹਿਬ ਬੈਠੇ ਸੀ, ਉਹਨਾਂ ਦੇ ਮੂਹਰੇ ਆਸ਼ੂ ਜੀ ਜਾ ਕੇ ਬਹਿ ਗਏ ਆ। ਅਸੀਂ ਆਪਣੀ ਗੱਡੀ 'ਚ ਆ ਕੇ ਗ੍ਰਿਫਤਾਰੀ ਆ ਜਿਹੜੀ ਉਹ ਸਰੈਂਡਰ ਆ ਜਿਹੜਾ ਉਹ ਉਹਨਾਂ ਨੇ ਮਰਜ਼ੀ ਨਾਲ ਕਰਤਾ। ਇਸ ਵੇਲੇ ਤੱਕ ਉਹਨਾਂ ਨਾਲ ਜੇ ਮੈਂ ਕਹਾਂ ਕੋਈ ਧੱਕਾ ਹੋਇਆ ਜਾਂ ਉਹਨਾਂ ਨਾਲ ਕੋਈ ਐਸੀ ਗੱਲ ਹੋਈ ਆ, ਕੱਲ ਦੀ ਰਾਤ ਕੋਈ ਵੀ ਐਸੀ ਗੱਲ ਨਹੀਂ ਹੋਈ। ਉਹ ਸਾਹ ਦੀ ਪ੍ਰੋਬਲਮ ਆ ਜਿਹੜੀ ਉਹਨਾਂ ਨੂੰ ਬੜੀ ਵੱਡੀ ਆ। ਉਹ ਦਿੱਕਤ ਜਿਹੜੀ ਅੱਧੇ ਘੰਟੇ ਲਈ ਉਹਨਾਂ ਨੂੰ ਆਈ ਸੀ ਤੇ ਉਸ ਵੇਲੇ ਮੈਡੀਕਲ ਜਿਹੜੀ ਸਹੂਲਤ ਉਹਨਾਂ ਨੂੰ ਜਿਹੜਾ ਕਿ ਸਾਹ ਦਾ ਇਨਹੇਲਰ ਵਗੈਰਾ ਹੈ ਜਿਹੜਾ ਉਹ ਵਿਜੀਲੈਂਸ ਨੇ ਆਪਣੇ ਆਪ ਜਿਹੜਾ ਹੈ ਉਹ ਡਾਕਟਰੀ ਮਦਦ ਕੀਤੀ ਆ। ਉਹ ਸਾਹ ਦੀ ਤਕਲੀਫ ਅੱਧਾ ਘੰਟਾ ਰਹੀ ਆ ਜਿਹੜੀ ਕਿ ਉਹਨਾਂ ਨੂੰ ਉਹ ਅਸਥਮੈਟਿਕ ਨੇ, ਉਹਦੇ ਕਰਕੇ ਬਾਕੀ ਬਿਲਕੁਲ ਉਹ ਠੀਕ ਠਾਕ ਨੇ। ਤੇ ਅੱਜ ਤੁਹਾਡੇ ਮੂਹਰੇ ਤੁਸੀਂ ਕਵਰ ਕਰੋਗੇ ਜਦੋਂ ਉਹ ਕੋਰਟ ਦੇ ਵਿੱਚ ਜਾਣਗੇ ਤੇ ਅਗਲੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਉਹ ਬਾਅਦ ਚ ਕਰਾਂਗੇ। ਪਰ ਜਿਹੜਾ ਮਨਸੂਬਾ ਸੀ ਉਹਨਾਂ ਦਾ ਉਹ ਫਿਲਮੀ, ਉਹ ਜ਼ਰੂਰ ਅਸੀਂ ਉਹਨਾਂ ਨੂੰ ਨਾਕਾਮ ਕੀਤਾ ਹੈ। ਬਾਕੀ ਤਾਂ ਕੋਈ ਕਾਨੂੰਨ ਮੈਂ ਕੋਈ ਕਾਨੂੰਨ ਤੋਂ ਉੱਤੇ ਆ। ਜੋ ਕਾਨੂੰਨ ਕੰਮ ਕਰੇਗਾ ਉਹ ਬਿਲਕੁਲ ਸਹੀ ਕੰਮ ਕਰੇਗਾ। ਜੇ ਮੇਰੇ ਖਿਲਾਫ ਮੈਂ ਕੋਈ ਕਾਨੂੰਨੀ ਗਲਤ ਕੰਮ ਕੀਤਾ ਤਾਂ ਮੇਰੇ ਖਿਲਾਫ ਵੀ ਕਾਰਵਾਈ ਹੋਊਗੀ। ਕਾਨੂੰਨ ਤਾਂ ਸਭ ਲਈ ਬਰਾਬਰ ਆ, ਚਾਹੇ ਕੋਈ ਤਕੜਾ ਹੈ ਚਾਹੇ ਕਮਜ਼ੋਰ ਆ ਚਾਹੇ ਕੋਈ ਕਿੱਡਾ ਵੀ ਆ। ਇਸ ਕਰਕੇ ਕਾਨੂੰਨੀ ਕਾਰਵਾਈ ਦੇ ਵਿੱਚ ਕੋਈ ਵੀ ਨਾ ਨੁਕਤਾਚੀਨੀ ਆ ਨਾ ਕੋਈ ਵਿਘਨ ਆ। ਭਗਵੰਤ ਮਾਨ ਬਿਨਾਂ ਪ੍ਰੋਸੀਜਰ ਕਾਂਗਰਸੀਆਂ ਨੂੰ ਹੱਥ ਪਾ ਰਿਹਾ ਹੈ ਤੇ ਸ਼ਰੇਆਮ ਸਟੇਜਾਂ ਤੇ ਭਗਵੰਤ ਮਾਨ ਧਮਕੀਆਂ ਦੇ ਰਹੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸੁਖਪਾਲ ਖਹਿਰਾ ਨੇ ਚੰਡੀਗੜ੍ਹ ਵਿੱਚ ਕੀਤਾ। ਉਹਨਾਂ ਕਿਹਾ ਕਿ ਮਾਨ ਸਰਕਾਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੇ ਸੰਤ ਸਿੱਚੇਵਾਲਾ ਤੇ ਕਾਰਵਾਈ ਕਿਉਂ ਨਹੀਂ ਕਰਦੇ। ਉਹਨਾਂ ਸਰਕਾਰ ਨੂੰ ਕਿਹਾ ਕਿ ਪੱਖਪਾਤ ਵਾਲੀ ਨੀਤੀ ਬੰਦ ਕਰੋ। ਬਕਾਇਦਾ ਤੌਰ ਤੇ ਮੌਕਾ ਦੇਵੇਗੀ ਇਨਵੈਸਟੀਗੇਸ਼ਨ ਜੁਆਇਨ ਕਰਨ ਦਾ। ਤੁਸੀਂ ਸਾਡੇ ਬੰਦਿਆਂ ਨੂੰ ਕਿਸੇ ਪ੍ਰੋਸੀਜਰ ਦੇ ਤਹਿਤ 100 ਵਾਰੀ ਬੁਲਾਓ, ਅਗਰ ਉਹ ਝੂਠੇ ਨੇ ਉਹਨਾਂ ਤੇ ਪਰਚਾ ਦਰਜ ਕਰੋ, ਉਹਨਾਂ ਨੂੰ ਫੜ ਕੇ ਅੰਦਰ ਦਿਓ। ਪਰ ਇਹ ਮੁੱਖ ਮੰਤਰੀ ਦਾ ਵੱਖ-ਵੱਖ ਪੋਲੀਟੀਕਲ ਫੰਕਸ਼ਨਸ ਤੋਂ ਸਟੇਜਾਂ ਤੋਂ ਕਹਿਣਾ ਕਿ ਅਸੀਂ ਚੱਕ ਕੇ ਢਾਲਾਂਗੇ, ਸਵੇਰੇ 4 ਵਜੇ ਚੱਕ ਕੇ ਅੰਦਰ ਦਿਆਂਗੇ, ਤੁਹਾਨੂੰ ਸਵੇਰੇ 5 ਵਜੇ ਖੁਸ਼ਖਬਰੀ ਦਿਆਂਗੇ, ਇਹ ਸ਼ੋਭਦਾ ਨਹੀਂ ਹੈ ਉਹਨਾਂ ਨੂੰ। ਔਰ ਦੂਸਰਾ, ਲਵਲੀ ਯੂਨੀਵਰਸਿਟੀ ਦਾ ਜਿਹੜਾ ਹੈਗਾ ਵੱਡਾ ਉਹ ਰਾਜ ਸਭਾ ਦਾ ਮੈਂਬਰ ਅਸ਼ੋਕ ਮਿੱਤਲ,
ਸਵਾ 13 ਏਕੜ ਜ਼ਮੀਨ 100 ਕਰੋੜ ਰੁਪਏ ਦੀ ਉਹਦੇ ਕੋਲ ਹੈ ਨਜਾਇਜ਼ ਕਬਜ਼ੇ 'ਚ ਲਵਲੀ ਯੂਨੀਵਰਸਿਟੀ ਕੰਪਲੈਕਸ ਦੇ ਅੰਦਰ ਚਿਹੜੂ ਪਿੰਡ ਦੀ ਜ਼ਮੀਨ ਜਿਹੜੀ ਉਹਨੇ ਫਰਜ਼ੀ ਤਬਾਦਲਾ ਕੀਤਾ, ਜਿਹਦੇ 'ਚ ਨਾਨਕ ਨਗਰੀ ਨੇ ਕੰਸੈਂਟ ਨਹੀਂ ਦਿੱਤਾ, ਉਹਦੇ ਕੋਲ ਵੀ ਛਡਾ ਕੇ ਦਿਖਾਉਣ ਨਾ, ਉੱਤੇ ਵੀ ਪਰਚਾ ਕਰਕੇ ਦੱਸਣ। ਬਾਬਾ ਸੀਚੇਵਾਲ ਕੋ 21 ਏਕੜ ਜ਼ਮੀਨ ਸੁਲਤਾਨਪੁਰ ਲੋਧੀ 'ਚ ਪੰਚਾਇਤ ਦੀ ਜ਼ਮੀਨ, ਕਹਿੰਦੇ ਜੀ ਗਾਈਆਂ ਆਸਤੇ ਰੱਖੀ, ਗਾਈਆਂ ਦੀ ਸੈਸ ਅਸੀਂ ਪੇ ਕਰ ਰਹੇ ਹਾਂ 0.08% ਕਾਓ ਸੈਸ ਹਰ ਬਿਜਲੀ ਦੇ ਬਿੱਲ ਦੇ ਵਿੱਚ। ਗਾਵਾਂ ਨੂੰ ਸੰਭਾਲਣਾ ਪੰਜਾਬ ਸਰਕਾਰ ਦਾ ਕੰਮ ਹੈ, ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂਗਾ। ਉਹਨਾਂ ਦੋਨਾਂ ਦੇ ਉੱਤੇ ਰਾਜ ਸਭਾ ਦੇ ਮੈਂਬਰ ਦੇ ਉੱਤੇ ਕਾਰਵਾਈ ਕਰਨਗੇ, ਫਿਰ ਪਤਾ ਲੱਗੂਗਾ ਕਿ ਨਿਰਪੱਖ ਕਾਰਵਾਈ ਹੋ ਰਹੀ, ਵਰਨਾ ਪੱਖਪਾਤੀ ਕਾਰਵਾਈ। ਜਿਸ ਨੇ ਗਲਤ ਕੰਮ ਕੀਤਾ ਉਸ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਨਜਾਇਜ਼ ਕਿਸੇ ਨੂੰ ਤੰਗ ਨਾ ਕੀਤਾ ਜਾਵੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਵਿਕਰਮਜੀਤ ਮਜੀਠੀਆ ਨੇ ਮੋਹਾਲੀ ਵਿੱਚ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਦੀ ਸਰਕਾਰ ਸਮੇਂ ਖੁਲਾਸੇ ਕੀਤੇ ਸਨ, ਪਰ ਕਾਂਗਰਸ ਨੇ ਦਬਾ ਦਿੱਤੇ। ਮਜੀਠੀਆ ਨੇ ਕਿਹਾ ਕਿ ਆਪ ਦੀ ਸਾਰੀ ਰਣਨੀਤੀ ਦਿੱਲੀ ਵਿੱਚ ਤੈਅ ਹੁੰਦੀ ਹੈ, ਜਿਹੜਾ ਕਿ ਪੰਜਾਬ ਦੇ ਲੋਕਾਂ ਲਈ ਸਹੀ ਨਹੀਂ ਹੈ। ਅੱਜ ਰਾਜਾ ਵੜਿੰਗੋ ਕਾਂਗਰਸ ਵੱਲੋਂ ਵਿਜੀਲੈਂਸ ਦੇ ਖਿਲਾਫ ਕਹਿੰਦੇ ਮੋਰਚਾ ਖੋਲ੍ਹਿਆ ਗਿਆ, ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਬਕਾ ਮੰਤਰੀ ਨੂੰ ਤੰਗ ਪਛਾਣ ਕੀਤਾ ਜਾਵੇ। ਇਸ ਤਰ੍ਹਾਂ ਜੀ, ਚਲੋ ਕਿਸੇ ਨੇ ਕਿਹਦੇ ਖਿਲਾਫ ਮੋਰਚਾ ਖੋਲ੍ਹਿਆ ਉਹਦਾ ਹੱਕ ਹੈ, ਮਗਰ ਜੇ ਇਹ ਰਕੇਸ਼ ਸਿੰਗਲੇ ਦਾ ਮਸਲਾ ਹੈ, ਮੈਂ ਉਹੀ ਆਪਦੇ ਟੀਮ ਨੂੰ ਕਹਿ ਰਿਹਾ ਸੀਗਾ, ਇਹ 20 ਦੀ ਗੱਲ ਹੈ ਸ਼ਾਇਦ, ਅਸੀਂ ਇਹਦਾ ਪੂਰਾ ਇੱਕ ਪਰਦਾਫਾਸ਼ ਕੀਤਾ ਸੀ ਕਿ ਕੈਪ ਸਿਨਹਾ ਸਾਹਿਬ ਉਦੋਂ ਸੈਕਟਰੀ ਫੂਡ ਐਂਡ ਸਿਵਲ ਸਪਲਾਈ ਸੀ। ਉਹਨਾਂ ਦਾ ਨੋਟ ਹੈ ਕਿ ਰਕੇਸ਼ ਸਿੰਗਲੇ ਨੇ ਬਾਹਰ ਭੱਜ ਜਾਣਾ, ਇਹਦੀ PR ਹੈ। ਔਰ ਉਸ ਵੇਲੇ ਵੀ ਮੈਂ ਆਪ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਜਗ ਜ਼ਾਹਿਰ ਕੀਤੀ ਸੀ, ਮਗਰ ਉਸ ਵੇਲੇ ਕੈਪ ਸਿਨਹਾ ਸਾਹਿਬ ਨੂੰ ਜਾਂ ਤਾਂ ਮੰਤਰੀ ਸਾਹਿਬ ਨੇ ਦਬਾ ਲਿਆ ਜਾਂ ਕਾਂਗਰਸ ਦੇ ਜ਼ੋਰ ਨੇ ਦਬਾ ਲਿਆ। ਜੋ ਗੱਲਾਂ ਕੀਤੀਆਂ, ਜੋ ਗੱਲਾਂ ਸੱਚੀਆਂ ਹੋ ਰਹੀਆਂ। ਇਕਬਾਲ ਸਰਪੰਚ ਚੰਨੀ ਦਾ ਫੜਿਆ ਗਿਆ, ਇਹਦੇ ਬਾਰੇ ਮੈਂ ਪੂਰਾ ਪ੍ਰੈਸ ਕਾਨਫਰੰਸ ਕਰਕੇ ਵਿਦ ਪ੍ਰੂਫ ਰਿਕਾਰਡਿੰਗ ਦਿੱਤੀਆਂ ਹੋਈਆਂ ਕਿ ਹਜ਼ਾਰਾਂ ਕਰੋੜ ਰੁਪਈਆ ਇਹਨਾਂ ਨੇ ਕਮਾਇਆ ਹੋਇਆ ਇਸ ਚੱਕਰ। ਇਸ ਲਈ ਇਹ ਕਈ ਫੈਕਟਸ ਨੇ ਔਰ ਜਿਨ੍ਹਾਂ ਦਾ ਰੌਲਾ ਮਸਲਾ ਬੜੇ ਚਿਰ ਦਾ ਪੈ ਰਿਹਾ। ਹਾਂ, ਉਹਨਾਂ ਖਿਲਾਫ ਜਾਇਜ਼ ਕਾਰਵਾਈ ਹੋਵੇ, ਕਿਸੇ ਨੂੰ ਨਜਾਇਜ਼ ਤੰਗ ਨਾ ਕੀਤਾ ਜਾਵੇ, ਇਸ ਗੱਲ ਦੇ ਮੈਂ ਹੱਕ 'ਚ। ਪਰ ਇਹ ਇਕੱਲਾ ਤੁਹਾਨੂੰ ਲੱਗਦਾ ਕਿ ਸਿੰਗਲਾ ਹੀ ਗਿਆ ਹੈ, ਬਾਹਰ PR ਹੋਰ ਵੀ ਕਈ ਅਧਿਕਾਰੀ ਨੇ ਇਸ ਤਰ੍ਹਾਂ ਜਿਹੜੇ PR ਨਹੀਂ ਬੈਠੇ ਨੇ? ਇਹਦੇ 'ਚ ਮਿਲੀ ਭੁਗਤ ਉੱਤੋਂ ਲੈ ਕੇ ਥੱਲੇ ਤੱਕ ਹੈ। ਜਦੋਂ ਇੱਕ ਰਿਕਾਰਡਿੰਗ, ਜਦੋਂ ਇੱਕ ਸੈਕਟਰੀ ਰਿਕਾਰਡ ਕਰ ਦੇਵੇ ਕਿ ਰਕੇਸ਼ ਸਿੰਗਲਾ ਬਾਹਰ ਭੱਜ ਸਕਦਾ ਹੈ, PR ਹੈ, ਉਹਨੂੰ ਪ੍ਰਮੋਸ਼ਨ ਕਿਉਂ ਦਿੱਤੀ ਗਈ? ਉਹਨੂੰ ਮਹਿਕਮੇ ਦਾ ਸਕਰਤਾ ਧਰਤਾ ਕਿਉਂ ਬਣਾਇਆ ਗਿਆ? ਕੀ ਆਪਾਂ ਉਹ ਮੈਸੇਜਸ ਭੁੱਲ ਗਏ ਜਦੋਂ ਕਿਹਾ ਸੀਗਾ ਕਿ ਰਾਹੁਲ ਗਾਂਧੀ ਆ ਰਿਹਾ ਤੇ ਇਹ ਪੈਸੇ ਇਕੱਠੇ ਕਰਨੇ ਉਹਦੀ ਰੈਲੀ ਵਾਸਤੇ? ਉਹ ਕਿੰਨੇ ਮੈਸੇਜਸ ਵਾਇਰਲ ਹੋਏ ਸੀ? ਸਾਰਾ ਕੁਝ ਹੀ ਹੈ ਜੀ। ਮੈਂ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ, ਮਗਰ ਇਹ ਮੁੱਦੇ ਸੀ ਵੱਡੇ, ਉਸ ਵੇਲੇ ਇਹਨਾਂ ਨੂੰ ਦਬਾਇਆ ਗਿਆ ਸੀ, ਲੁਕੋਇਆ ਗਿਆ ਸੀਗਾ। ਅੱਜ ਜੇ ਸਾਹਮਣੇ ਆ ਰਹੇ, ਜੋ ਜਾਇਜ਼ ਕਾਰਵਾਈ ਹੈ ਉਹ ਕਰੇ। ਸਰ, ਆਮ ਆਦਮੀ ਪਾਰਟੀ ਮੈਂ ਕਿਸੇ ਵਿੰਡਿਕਟਿਵ ਐਕਸ਼ਨ ਦੇ ਹੱਕ 'ਚ ਨਹੀਂ। ਸਰ, ਆਮ ਆਦਮੀ ਪਾਰਟੀ ਵੱਲੋਂ ਜਿਹੜੀ ਐਕਸਾਈਜ਼ ਪਾਲਿਸੀ ਲਿਆਂਦੀ ਗਈ ਹੈ ਉਹਦੇ ਬਾਰੇ ਦੇਖੋ, ਉਹ ਵੀ ਸਪਸ਼ਟ ਹੀ ਹੈ ਜੀ। ਜਿਨ੍ਹਾਂ ਨੇ ਦਿੱਲੀ 'ਚ ਕਪਲੇਬਾਜ਼ੀ ਕੀਤੀ ਹੈ, ਪਾਲਿਸੀ ਦਿੱਲੀ ਬਹਿ ਕੇ ਬਣਾਈ ਗਈ ਹੈ। ਇਸ ਪਾਲਿਸੀ ਨੂੰ ਵੀ ਬਣਾਉਣ ਵਾਲੇ ਸਿਸੋਦੀਆ ਸਾਹਿਬ ਨੇ, ਔਰ ਪੰਜਾਬ ਦੇ ਜਿਹੜੇ ਅਫਸਰ ਸਿਸੋਦੀਆ ਸਾਹਿਬ ਕੋਲ ਗਏ ਸੀ, CBI ਉਹਨਾਂ ਤੋਂ ਵੀ ਪੁੱਛਗਿੱਛ ਕਰੇ, ਕਿਉਂਕਿ ਇਹ ਸਾਰੇ ਉਹੀ ਬੰਦੇ ਨੇ। ਜਦ ਅਸੀਂ ਕਹਿੰਦੇ ਸੀ ਦਿੱਲੀ ਦੀ ਪਾਲਿਸੀ ਗਲਤ ਹੈ, ਸਿਸੋਦੀਆ ਸਾਹਿਬ ਕਹਿੰਦੇ ਨਹੀਂ ਚੰਗੀ ਹੈ, ਹੁਣ ਲੈ ਲਈ ਨਾ ਵਾਪਸ। ਉਹੀ ਹਾਲ ਪੰਜਾਬ ਦਾ। ਜਦੋਂ ਗਰੁੱਪ ਘਟਾਏ ਜਾਣ, ਗਰੁੱਪ ਵੱਡੇ ਕੀਤੇ ਜਾਣ, ਕਰਪਸ਼ਨ ਨੂੰ ਵਧਾਵਾ ਦਿੱਤਾ ਜਾਵੇ, L1 ਦਾ ਕੰਟਰੋਲ ਕੀਤਾ ਜਾਵੇ, ਸਾਰੇ ਪੈਸੇ ਇਕੱਠੇ ਕਰਨੇ ਆ ਇਹਨਾਂ ਨੇ ਇਲੈਕਸ਼ਨ ਲੜਨ ਵਾਸਤੇ। SGPC ਵੱਲੋਂ ਗਵਰਨਰ ਨੂੰ ਮੰਗ ਪੱਤਰ। SGPC ਦੇ ਇੱਕ ਵਫਦ ਨੇ SGPC ਦੇ ਜਨਰਲ ਸਕੱਤਰ ਕਰਨੈਲ ਸਿੰਘ ਪੰਜੋਲੀ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅੱਜ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਜਿਹੜੇ ਸਿੰਘਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉਹਨਾਂ ਨੂੰ ਜੇਲ੍ਹ ਵਿੱਚ ਰੱਖਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ, ਜਿਸ ਕਾਰਨ ਕੇਂਦਰ ਸਰਕਾਰ ਤੁਰੰਤ ਬੰਦੀ ਸਿੰਘਾਂ ਨੂੰ ਰਿਹਾ ਕਰੇ। ਆਪ ਸਭ ਜੀ ਨੂੰ ਇਸ ਗੱਲ ਦਾ ਲਗਭਗ ਪਤਾ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਸਮੇਂ ਦੇ ਵਿੱਚ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਦੀ ਇੱਕ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਗਈ ਸੀ। ਉਸ ਤੋਂ ਬਾਅਦ ਇੱਕ ਕਮੇਟੀ ਬਣੀ। ਉਸ ਕਮੇਟੀ ਨੇ ਪਹਿਲੇ ਪੜਾਅ ਵਿੱਚ ਇੱਕ ਚਿੱਠੀ ਲਿਖੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ, ਗ੍ਰਹਿ ਮੰਤਰੀ ਨੂੰ, ਕਿ ਸਾਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਲਾਕਾਤ ਦਾ ਸਮਾਂ ਦਿੱਤਾ ਜਾਵੇ। ਲੇਕਿਨ ਸਾਨੂੰ ਅਫਸੋਸ ਹੈ ਕਿ ਅੱਜ ਤੱਕ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਪੰਥ ਦੀਆਂ ਇਹਨਾਂ ਜਥੇਬੰਦੀਆਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਦਿੱਤਾ, ਜੋ ਨਿੰਦਣਯੋਗ ਗੱਲ ਹੈ। ਔਰ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਆਜ਼ਾਦ ਭਾਰਤ ਦੀ ਧਰਤੀ ਉੱਤੇ
ਸਿੱਖਾਂ ਨਾਲੇ ਬਹੁਤ ਵੱਡਾ ਵਿਤਕਰਾ ਹੈ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ਾਂ ਉੱਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿੱਚ ਸਮੁੱਚੇ ਖਾਲਸਾ ਪੰਥ ਦੇ ਹਿਰਦਿਆਂ ਤੱਕ ਇਹਨਾਂ ਸਿੰਘਾਂ ਬੰਦੀ ਸਿੰਘਾਂ ਦੇ ਨਾਮ ਜਿਹੜੇ ਸੀ ਪਹੁੰਚਾਉਣ ਤੱਕ ਹਰ ਗੁਰਦੁਆਰੇ ਸਾਹਿਬਾਨ ਉਹਨਾਂ ਦੀਆਂ ਤਸਵੀਰਾਂ ਲਾਈਆਂ। ਫਿਰ ਸਾਰੇ ਗੁਰਦੁਆਰੇ ਸਾਹਿਬਾਨ 'ਚ ਅਰਦਾਸ ਕੀਤੀ। ਫਿਰ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿੱਚ ਇੱਕ ਧਰਨਾ ਦਿੱਤਾ ਗਿਆ ਪਾਰਲੀਮੈਂਟ ਦੇ ਅੱਗੇ। ਤੇ ਉੱਥੇ ਵੀ ਮਤਲਬ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਕੇਜਰੀਵਾਲ ਸਾਹਿਬ, ਉਹਨਾਂ ਨੂੰ ਜਦੋਂ ਮੈਮੋਰੰਡਮ ਦੇਣ ਗਏ ਉਹਨਾਂ ਨੇ ਵੀ ਮੈਮੋਰੰਡਮ ਲੈਣ ਦਾ ਯਤਨ ਨਹੀਂ ਕੀਤਾ। ਇਹ ਹੰਕਾਰ ਜਿਹੜਾ ਹੈਂਕੜਬਾਜ਼ ਮਤਲਬ ਸੋਚ ਜਿਹੜੀ ਹੈ ਇਹ ਬਹੁਤ ਹੀ ਮੰਦਭਾਗੀ ਹੈ। ਇਹਦੀ ਵੀ ਅਸੀਂ ਨਿੰਦਾ ਕਰਦੇ ਹਾਂ। ਸ਼੍ਰੋਮਣੀ ਕਮੇਟੀ ਪੰਥ ਦੀ ਬਹੁਤ ਵੱਡੀ ਮਹਾਨ ਸੰਸਥਾ ਪੂਰੇ ਖਾਲਸਾ ਪੰਥ ਦੇ ਜਜ਼ਬਾਤਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਉਹਦਾ ਪ੍ਰਧਾਨ ਮੈਮੋਰੰਡਮ ਦੇਣ ਜਾਵੇ ਤੇ ਅੱਗੇ ਮੁੱਖ ਮੰਤਰੀ ਜਿਹੜਾ ਇੱਕ ਮਿਊਨਿਸਪਲ ਕਮੇਟੀ ਜਿੰਨਾ ਸੂਬਾ ਹੈ ਉਹਦੇ ਵਰਗਾ ਸੂਬਾ ਹੈ ਉਹਦਾ ਮੁੱਖ ਮੰਤਰੀ ਵੀ ਨਾ ਆਵੇ ਤਾਂ ਇਸ ਤੋਂ ਬੜੀ ਮਾੜੀ ਤੇ ਮੰਦਭਾਗੀ ਗੱਲ ਤੇ ਨਿੰਦਣਯੋਗ ਕਾਰਵਾਈ ਹੋਰ ਕੋਈ ਨਹੀਂ ਹੋ ਸਕਦੀ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਸਾਹਿਬ ਦੇ ਆਦੇਸ਼ ਤੇ ਅਸੀਂ ਗਵਰਨਰ ਪੰਜਾਬ ਨੂੰ ਮਿਲੇ। ਮੈਂ ਸਰਦਾਰ ਲਖਵੀਰ ਸਿੰਘ ਤੇ ਸਰਦਾਰ ਜੰਗ ਸਿੰਘ ਗਵਰਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਕਿ ਇਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਵਿੱਚ ਸਰਦਾਰ ਗੁਰਦੀਪ ਸਿੰਘ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਲਖਵਿੰਦਰ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਪਰਮਜੀਤ ਸਿੰਘ ਭਿਉਰਾ, ਇਹ 9 ਸਿੰਘਾਂ ਬਾਰੇ ਅਸੀਂ ਉਹਨਾਂ ਨੂੰ ਚੇਚੇ ਤੌਰ ਤੇ 22 ਨੇਮ ਲਿਖ ਕੇ ਦਿੱਤਾ ਕਿ ਇਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਅਸੀਂ ਗਵਰਨਰ ਸਾਹਿਬ ਨੂੰ ਵੀ ਜਦੋਂ ਗੱਲਬਾਤ ਕੀਤੀ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਤੇ ਇਹ ਸਜ਼ਾਵਾਂ ਪੂਰੀਆਂ ਹੋ ਜਾਣ ਦੇ ਬਾਵਜੂਦ ਵੀ ਭਾਰਤ ਦੀ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਸੀ 2019 ਵਿੱਚ ਕਿ ਸੂਬਿਆਂ ਦੀਆਂ ਸਰਕਾਰਾਂ ਇਹਨਾਂ ਸਿੰਘਾਂ ਨੂੰ ਰਿਹਾ ਕਰ ਦੇਣ, ਲੇਕਿਨ ਸਰਕਾਰ ਆਪਣੇ ਫੈਸਲੇ ਤੋਂ ਆਪਣੇ ਮਤਲਬ ਤੋਂ ਪਿੱਛੇ ਹਟੀ। ਅੱਜ ਤੱਕ ਕਿਸੇ ਨੇ ਰਿਹਾ ਕਰਨ ਦਾ ਯਤਨ ਨਹੀਂ ਕੀਤਾ। ਫਿਰ ਇੱਥੇ ਗ੍ਰਹਿ ਮੰਤਰੀ ਆਏ ਪੰਜਾਬ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਦੋਂ ਵੀ ਗ੍ਰਹਿ ਮੰਤਰੀ ਸਾਹਿਬ ਨੇ ਭਰੋਸਾ ਦਿਵਾਇਆ ਸੀ ਕਿ ਅਸੀਂ ਇਹਨਾਂ ਨੂੰ ਰਿਹਾ ਕਰ ਦੇਵਾਂਗੇ। ਫਿਰ ਜਲੰਧਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਵੀ ਮੈਮੋਰੰਡਮ ਦਿੱਤੇ ਸੀ ਆਪਣਾ ਗ੍ਰਹਿ ਮੰਤਰੀ ਨੂੰ। ਉਹਨਾਂ ਨੇ ਉਦੋਂ ਕਿਹਾ ਸੀ ਕਿ ਅਸੀਂ ਇਹਨਾਂ ਨੂੰ ਰਿਹਾ ਕਰ ਦੇਵਾਂਗੇ। ਉਸ ਤੋਂ ਅੱਗੇ ਫਿਰ ਇਸ ਦੇਸ਼ ਦੇ ਅੰਦਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ 15 ਅਗਸਤ ਵਾਲੇ ਦਿਨ 11 ਦੋਸ਼ੀ ਜਿਨ੍ਹਾਂ ਨੇ 15 ਸਾਲ ਕੈਦ ਕੱਟੀ, ਜਿਹੜੀ ਬੀਬੀ ਬਿਲਕਿਸ ਬਾਨੋ ਨਾਲ ਸਮੂਹਕ ਬਲਾਤਕਾਰ ਕੀਤਾ ਤੇ ਉਹਦੀ 4 ਮਹੀਨੇ ਦੀ ਗਰਭਵਤੀ ਸੀ ਉਹ, ਤੇ ਉਹਦੀ ਲੜਕੀ ਜਿਹੜੀ ਸੀ 3 ਸਾਲ ਦੀ ਕੰਧਾਂ ਨਾਲ ਮਾਰ ਕੇ ਮਾਰਿਆ। ਉਹਨਾਂ 14 ਜੀਆਂ ਦਾ ਉਹਨਾਂ ਲੋਕਾਂ ਨੇ ਕਤਲ ਕੀਤਾ। ਉਹ ਸਾਰੇ ਦੇ ਸਾਰੇ ਮਤਲਬ ਦੇਸ਼ ਦੀ ਆਜ਼ਾਦੀ ਦੇ ਦਿਵਸ 'ਤੇ ਰਿਹਾ ਕੀਤੇ ਗਏ। ਜੋ ਨਿੰਦਣਯੋਗ ਮਤਲਬ ਕਾਰਵਾਈ ਸੀ ਉਹ ਲੋਕ ਜਿਨ੍ਹਾਂ ਨੇ ਐਡਾ ਵੱਡਾ ਕ੍ਰਾਈਮ ਕੀਤਾ, ਜਦ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਮੈਂ ਸਮਝਦਾ ਵੀ ਅੱਜ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੂੰ ਲੁਧਿਆਣਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਕਿਹਾ ਕਿ ਸਰਕਾਰ ਕਰੋੜਾਂ ਰੁਪਏ ਦੇ ਇਸ਼ਤਿਹਾਰ ਤੇ ਲੋਕਾਂ ਨੂੰ ਆਪ ਸਰਕਾਰ ਗੁੰਮਰਾਹ ਕਰ ਰਹੀ ਹੈ ਤੇ ਸਾਰੇ ਅਖਰਾਵਾਂ ਵਿੱਚ ਪੇਡ ਖਬਰਾਂ ਲਗਵਾ ਰਹੀ ਹੈ, ਪਰ ਲੋਕੀ ਸੱਚ ਜਾਣਦੇ ਹਨ। ਕਰੋੜਾਂ ਰੁਪਈਆ ਥੱਲੇ ਸਿਰਫ ਛੋਟਾ ਜਿਹਾ ਐਡਵਰਟੀਰੀਅਲ ਅੰਗਰੇਜ਼ੀ ਦੇ ਵਿੱਚ ਸਾਰੀਆਂ ਪੰਜਾਬੀ ਅਖਬਾਰਾਂ। ਕਿੱਥੇ ਆ ਤੁਹਾਡੀ ਧਿਆਨਦਾਰੀ, ਕਿੱਥੇ ਆ ਸੰਦੇਸ਼ ਤੇ ਉਪਦੇਸ਼? ਸੋ ਜੇ ਕੰਮ ਚੱਜ ਦੇ ਕੀਤੇ ਹੋਣ ਫਿਰ ਇਸ਼ਤਿਹਾਰ ਰੂਪੀ ਪੇਡ ਖਬਰਾਂ ਦੇਣ ਦੀ ਜ਼ਰੂਰਤ ਨਹੀਂ। ਫਿਰ ਖਲਕ ਬੋਲਦੀ ਆ। ਨੈਕਸਟ ਮੰਥ 5 ਤਰੀਕ ਪਈ ਆ। ਮੈਂ ਆਪਣੀਆਂ ਭਾਵਨਾਵਾਂ ਤੋਂ ਜਾਣੂ ਕਰਾ ਦਿੱਤਾ ਕੋਰਟ ਨੂੰ। ਰਾਜਨੀਤੀ ਦੇ ਅੰਦਰ 2 ਤਰ੍ਹਾਂ ਦੇ ਬੰਦੇ ਆ, ਪੰਜਾਬ ਦੇ ਲੋਕ ਜਾਣਦੇ ਆ, ਕੌਣ ਪੈਸ਼ਨੇਟ ਆ ਤੇ ਕੌਣ ਖਾਊ ਯਾਰ ਆ। ਉਹ ਬੰਦਾ ਜਿਹੜਾ ਮੇਰੇ ਤੇ ਡੈਫਾਮੇਸ਼ਨ ਕਰਦਾ ਸੈਕੰਡ ਟੂ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ, ਤੇ ਜੇ ਮੈਂ ਮੈਡੀਸਨ ਮੈਫੀਆ ਉਜਾਗਰ ਕਰ ਦਿੱਤਾ, ਮੇਰਾ ਰਾਈਟ ਆ, ਉਹ ਮੇਰੀ ਡਿਊਟੀ ਆ ਐਜ਼ ਏ ਸਿਟੀਜ਼ਨ ਆਫ ਇੰਡੀਆ। ਸੋ ਮੈਂ ਅਗਲੀ ਤੁਹਾਨੂੰ ਜੇਲ੍ਹ ਤੋਂ ਬਾਹਰ ਆ ਜਾਵਾਂ। ਇਹ ਲੋਕਲ ਬਾਡੀ ਮਿਨਿਸਟਰ ਸੀਗਾ ਮਹਿੰਦਰਾ। ਮੈਂ ਤੁਹਾਨੂੰ ਮਹਿੰਦਰਿਆਂ ਦੀ ਵੀਡੀਓ ਦੱਸੂ, ਹੁਣ ਤਾਂ ਕਹਿੰਦਾ ਮੈਂ ਹੈ ਹੀ ਨਹੀਂ ਸੀ। ਆ ਤੁਸੀਂ ਮੈਨੂੰ ਸਵਾਲ ਕਰਦੇ ਹੋ, ਮੈਂ ਜਵਾਬ ਦੇ ਰਿਹਾ, ਵੀਡੀਓ ਹੋ ਰਹੀ ਆ। ਮੈਂ ਤੁਹਾਨੂੰ ਪੁਖਤਾ ਸਬੂਤ ਦੇ ਕੇ ਜਾਊਂਗਾ ਕਿ ਇਹ ਆਪਣੀ ਟਰਮ ਦੇ ਵਿੱਚ ਕਰਦਾ ਕੀ ਰਿਹਾ।
ਲਖਨਊ ਦੀ ਅਦਾਲਤ ਵੱਲੋਂ ਹਰਿਆਣਵੀ ਗਾਇਕਾ ਤੇ ਡਾਂਸਰ ਸਪਨਾ ਚੌਧਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਸਪਨਾ ਚੌਧਰੀ ਤੇ ਦੋਸ਼ ਹੈ ਕਿ ਉਸਨੇ ਐਡਵਾਂਸ ਲੈਣ ਦੇ ਬਾਵਜੂਦ ਪ੍ਰੋਗਰਾਮ 'ਚ ਪੇਸ਼ਕਾਰੀ ਨਹੀਂ ਕੀਤੀ, ਨਾ ਹੀ ਪ੍ਰਬੰਧਕਾਂ ਦੇ ਪੈਸੇ ਵਾਪਸ ਕੀਤੇ। ਭਾਜਪਾ ਆਗੂ ਸੋਨਾਲੀ ਫੋਗਾਟ ਦੀ ਗੋਆ 'ਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਗੋਆ ਦੇ ਡੀਜੀਪੀ ਨੇ ਕੀਤੀ ਹੈ। ਸੋਨਾਲੀ ਫੋਗਾਟ ਟਿਕਟੌਕ ਸਟਾਰ ਸੀ ਤੇ ਜੋ ਕਿ ਰਿਐਲਿਟੀ ਸ਼ੋਅ ਬਿਗ ਬੌਸ 'ਚ ਵੀ ਨਜ਼ਰ ਆਈ ਸੀ। ਸੋਨਾਲੀ ਫੋਗਾਟ ਨੇ 2019 ਚ ਹਰਿਆਣਾ ਤੋਂ ਭਾਜਪਾ ਵੱਲੋਂ ਚੋਣ ਲੜੀ ਸੀ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ। ਭਾਰਤ ਭੂਸ਼ਣ ਆਸ਼ੂ ਨੂੰ ਕੱਲ ਵਿਜੀਲੈਂਸ ਨੇ ਖੁਰਾਕ ਤੇ ਸਪਲਾਈ ਮਹਿਕਮੇ 'ਚ ਢੋਆ ਢੁਆਈ ਦੇ ਟੈਂਡਰਾਂ 'ਚ ਹੋਈ ਕਥਿਤ ਤੌਰ ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਦੋਸਤੋ, ਇਸ ਨਾਲ ਦੀਆਂ ਖਾਸ ਖਬਰਾਂ, ਨਵੀਆਂ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।